ਪਿਆਰੇ ਵਿਦਿਆਰਥੀਓ, ਕਰਮਜੀਤ ਸਿੰਘ ਕੁੱਸਾ ਦੇ ਨਾਵਲ ਰੋਹੀ ਬੀਆਬਾਨ ਦੇ ਆਖਰੀ ਕਾਂਡ ਦੀ ਪੜ੍ਹਾਈ ਅੱਜ ਆਪਾਂ ਕਰਾਂਗੇ। ਇਸ ਤੋਂ ਪਹਿਲਾਂ 19 ਕਾਂਡਾਂ ਦੀ ਪੜ੍ਹਾਈ ਆਪਾਂ ਕਰ ਚੁੱਕੇ ਹਾਂ। ਉਮੀਦ ਹੈ ਤੁਸੀਂ ਉਹਨਾਂ ਕਾਂਡਾਂ ਵਿੱਚ ਆਏ ਵਿਸ਼ਿਆਂ ਅਤੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਆਓ ਅੱਜ ਕਾਂਡ 20 ਦੀ ਪੜ੍ਹਾਈ ਕਰਦੇ ਹਾਂ। ਇੱਕ ਦਿਨ ਅਚਾਨਕ ਪੁਲਿਸ ਨੇ ਛਾਪਾ ਮਾਰਿਆ, ਪਰ ਗੋਰਾ ਬਚ ਨਿਕਲਿਆ। ਉਸਦੇ ਘਰੋਂ ਕੱਖ ਨਾ ਥਿਆਇਆ। ਖੇਤੀ ਨਾਲ ਗੋਰੇ ਨੇ ਸ਼ਰਾਬ ਦਾ ਪੁਰਾਣਾ ਕਿਸਬ ਛੱਡਿਆ ਨਹੀਂ, ਸਗੋਂ ਹੁਣ ਖੇਤੀ ਪੱਤੀ ਦਾ ਹਾਲ ਵੇਖ ਕੇ ਹੋਰ ਵਧਾ ਲਿਆ ਸੀ। ਭਾਵੇਂ ਗਿੰਦਰ ਵੀ ਮੁੱਢੋਂ ਇਹ ਕੰਮ ਕਰਦਾ ਰਿਹਾ ਸੀ, ਪਰ ਗੋਰੇ ਦੇ ਅੜਦ ਬਾਜ਼ਾਰ ਕਰਕੇ ਉਹ ਡਰਦਾ। ਗੋਰਾ ਇੰਨਾ ਕੁ ਜ਼ਰੂਰ ਚਤਰ ਸੀ, ਸ਼ਰਾਬ ਕੱਢਣ ਸਾਰੀ ਥੋਕ ਦੇ ਭਾਅ ਬਾਰੀ ਗਾਗੂ ਦੇ ਮੁੰਡੇ ਭੂਪੇ ਨੂੰ ਚੁਕਾ ਦਿੰਦਾ। ਉਹ ਪਿੰਡ 'ਚੋਂ ਹੋਰ ਵੀ ਕਈਆਂ ਤੋਂ ਸ਼ਰਾਬ ਚੁੱਕਦਾ ਸੀ। ਉਸਦਾ ਤਾਂ ਇਹ ਇੱਕ ਕਿਸਮ ਦਾ ਵਪਾਰ ਹੀ ਸੀ। ਬਹੁਤੇ ਜਿਹੜੇ ਇਸ ਧੰਦੇ 'ਚ ਆਪ ਨੰਗੇ ਨਹੀਂ ਹੋਣਾ ਚਾਹੁੰਦੇ, ਉਹ ਉਸ ਕੋਲੋਂ ਪੈਸੇ ਲੈ ਕੇ ਸਸਤੀ ਇਕੱਠੀ ਚੁੱਕਾ ਦਿੰਦੇ। ਭੂਪਾ ਪੰਜਾਂ ਮਗਰ 3 ਬੋਤਲਾਂ ਪਾਣੀ ਪਿਆਉਂਦਾ। ਪੀਣ ਵਾਲੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਨੇਫਿਆਂ 'ਚ ਟੁੰਗ ਤੁਰੀ ਜਾਂਦੇ। ਸ਼ਰਾਬ ਦਾ ਮਾਮਲਾ ਹੋਰ ਤੇ ਮਿਲਾਵਟ ਬਾਰੇ ਗੁਜ਼ਰ ਕਿਹਦੇ ਕੋਲ ਕਰਨ? ਜੇ ਕਿਸੇ ਨੂੰ ਨਹੀਂ ਪੁੱਗਦੀ, ਅਗਲਾ ਨਾ ਲਿਜਾਵੇ। ਭੂਪੇ ਦਾ ਪੁਲਿਸ ਨਾਲ ਮਹੀਨਾ ਕੀਤਾ ਹੋਇਆ ਸੀ, ਤੇ ਹੁਣ ਤਾਂ ਉਹ ਬਹੁਤੀ ਵਾਰ ਮੱਝ ਨੂੰ ਦੁੱਧ ਉਤਾਰਨ ਵਾਲੇ ਟੀਕੇ ਘੋਲ ਵੇਚਣ ਲੱਗ ਪਿਆ ਸੀ। ਹੌਲੀ ਹੌਲੀ ਗੋਰੇ ਨੇ ਵੀ ਦੁਕਾਨ ਬਣਾ ਲਈ। ਉਹ ਆਥਣ ਵੇਲੇ ਪੀਣ ਵੀ ਲੱਗ ਗਿਆ ਸੀ। ਗਿੰਦਰ ਵੇਚਣ ਨੂੰ ਬੁਰਾ ਨਹੀਂ ਮਨਾਉਂਦਾ ਸੀ, ਪਰ ਪੀਣ ਤੋਂ ਨੱਕ ਵੱਟਦਾ ਸੀ। ਪੈਸੇ ਬਣਦੇ ਵੇਖ ਕੇ ਮਹਿੰਦਰੋਂ ਵੀ ਦੜ ਵੱਟ ਲੈਂਦੀ, ਪਰ ਹਨੇਰੇ ਹੋਣ ਦੇ ਨਾਲ ਹੀ ਲੋਕ ਡਾਰਾਂ ਬੰਨੀ ਉਹਨਾਂ ਦੇ ਘਰ ਵੱਲ ਤੁਰੇ ਆਉਂਦੇ। ਮਹਿੰਦਰੋਂ ਸ਼ਰਮ ਨਾਲ ਮਰ ਜਾਂਦੀ। ਵਾਖਰੂ, ਸਾਡਾ ਘਰ ਤਾਂ ਕੰਜਰਾਂ ਦਾ ਘਰ ਹੋ ਗਿਆ। ਇੱਕ ਦਿਨ ਗੋਰੇ ਕੋਲ 4 ਬੋਤਲਾਂ, ਜਿਨ੍ਹਾਂ 'ਚ 2/3 ਪਾਣੀ ਪਾਇਆ ਹੋਇਆ ਸੀ। ਉਸ ਦਿਨ ਸਾਰੇ ਪਿੰਡ ਵਿੱਚ ਸ਼ਰਾਬ ਮੁੱਕ ਗਈ। ਪਿਆਕੜ ਜਾਂ ਲੋੜਵੰਦ ਇੱਕ ਕਰਕੇ ਗੋਰੇ ਕੋਲ ਆਉਂਦੇ ਗਏ। ਗਿੰਦਰ ਕਿਤੇ ਬਾਹਰ ਸੀ। ਵਿਹੜੇ 'ਚ ਲੋਕਾਂ ਧਮੱਚੀ ਪੱਟੀ ਹੋਈ ਸੀ। ਬੋਤਲਾਂ 4, ਬੰਦੇ 15। ਗੋਰਾ ਕਿਹਨੂੰ ਦੇਵੇ, ਕਿਹਨੂੰ ਛੱਡੇ? ਜਿਹੜਾ ਆਵੇ ਆਖੇ ਮੈਨੂੰ ਪਹਿਲਾਂ ਤੋਰ, ਰੁਪਈਏ ਭਾਵੇਂ 15 ਦੀ ਥਾਂ 20 ਲੈ। ਮਹਿੰਦਰੋਂ ਸਿਰ ਮੂੰਹ ਲਪੇਟੀ ਚੁੱਲ੍ਹੇ ਮੂਹਰੇ ਬੈਠੀ ਢਿੱਡ 'ਚ ਮੁੱਕੀਆਂ ਦੇਈ ਜਾਂਦੀ ਸੀ। ਤੂੰ ਐਂ ਕਰ ਯਾਰ, ਕਲਕੱਤਿਓਂ ਆਇਆ। ਮੋਦੇ ਕਾ ਨਿਰਮਲ ਬੋਲਿਆ। ਤੂੰ ਰੁਪਈਏ ਹੀ 25 ਮੰਗ, ਜਿਹਦੇ 'ਚ ਹਿੰਮਤ ਹੋਊ ਆਪੇ ਲੈ ਜੂ। ਗੋਰਾ ਉਹਦੀ ਗੱਲ ਸੁਣ ਕੇ ਸੋਚਣ ਲੱਗ ਪਿਆ। 25 ਦਾ ਕੋਈ ਰਾਹ ਹੈ ਯਾਰ? ਵਿੱਚੋਂ ਸੂਬੇਦਾਰ ਦੇ ਮੱਖਣ ਨੇ ਆਪਣੀ ਚਿੱਪੀ ਵਰਗੇ ਮੂੰਹ ਨੂੰ ਵਿੰਗਾ ਜਿਹਾ ਕਰਕੇ ਆਖਿਆ, ਜਿਹੜਾ ਭਾਅ ਹੈ ਉਹ ਲਵੇ। ਬੋਤਲਾਂ ਤਾਂ 4 ਹੈ, ਪਿੰਡ ਸਾਰਾ ਇਕੱਠਾ ਹੋਇਆ ਫਿਰਦਾ। ਨਿਰਮਲ ਨੇ ਫੇਰ ਆਖਿਆ। ਉਸ ਦੀ ਗੱਲ ਸਹੀ ਮੰਨਦਿਆਂ ਬਾਕੀ 2-4 ਹੋਰ ਬੋਲ ਪਏ। ਉਹ ਤਮਾਸ਼ਾ ਹੀ ਵੇਖਣਾ ਚਾਹੁੰਦੇ ਸਨ। ਠੀਕ ਹੈ, ਤੂੰ ਰੁਪਈਏ ਹੀ 25 ਮੰਗ, ਠੋਕ ਕੇ। ਜਿਹੜਾ ਸ਼ੌਕੀਨ ਹੈ ਉਹਦਾ ਤਾਂ ਪਤਾ ਲੱਗੇ। ਉਸ ਦਿਨ ਗੋਰੇ ਨੇ 8 ਜਣਿਆਂ ਨੂੰ 4 ਬੋਤਲਾਂ 25 ਦੇ ਹਿਸਾਬ ਚੁਕਾ ਦਿੱਤੀਆਂ। ਇਸ ਗੱਲ ਦਾ ਸਾਰੇ ਪਿੰਡ ਵਿੱਚ ਚਰਚਾ ਹੋਇਆ, ਤੇ ਕਈ ਦਿਨਾਂ ਲੋਕ ਜੱਬਾਂ ਦਾ ਭੇੜ ਕਰੀ ਗਏ। ਉਸੇ ਦਿਨ ਹੀ ਮਹਿੰਦਰੋਂ ਨੇ ਗੋਰੇ ਨੂੰ ਬੇਥਾਹ ਗਾਲਾਂ ਦਿੱਤੀਆਂ। ਤੂੰ ਮਰ ਜੇ, ਰਹਿ ਜੇ ਸੁੱਤਾ ਗੋਰਿਆ, ਹੋ ਜੇ ਤੇਰਾ ਸਿਆਪਾ ਇਹੋ ਜਿਹੇ ਦਾ। ਵੇ ਤੂੰ ਸਾਡਾ ਘਰ ਚੂੜਿਆਂ ਦਾ ਵਿਹੜਾ ਬਣਾ ਦਿੱਤਾ। ਐਂ ਕਦੇ ਤੇਰੇ ਪਿਓ ਨੇ ਨਹੀਂ ਮੰਡੀਰ ਇਕੱਠੀ ਕਰੀ। ਫੇਰ ਤਪਾਕ ਨਾਲ ਇਉਂ ਬੋਲੀ, ਦਿਲੋਂ ਆਖਦੀ ਹੋਵੇ, ਹੇ ਸੱਚੇ ਪਾਤਸ਼ਾਹ, ਸਵੇਰੇ ਹੀ ਇਹਨੂੰ ਪੁਲਿਸ ਫੜ ਕੇ ਲੈ ਜੇ, ਚਿੱਤੜ ਭੰਦੇ ਇਹਦੇ, ਫੇਰ ਪਤਾ ਲੱਗੇ। ਹੁਣ ਤਾਂ ਮੈਨੂੰ ਭਾਵੇਂ ਆਪ ਨਾ ਠਾਣੇ ਜਾਣਾ ਪਵੇ। ਨੀ ਸੁੱਖੀ ਸਾਂਦੀ ਪੁਲਿਸ ਕਾਹਤੋਂ ਮੰਗਾਉਣੀ ਆ ਕੁੱਤੀਏ? ਥੰਮਣ ਦੀ ਘਰਵਾਲੀ ਨੇ ਬਾਰ ਵੜਦਿਆਂ ਮਿੱਠੀ ਘੂਰੀ ਦਿੰਦਿਆਂ ਆਖਿਆ। ਹੋਰ ਹੀ ਬਚਨ ਬਲਾਸ ਕਰਦੀ ਐ। ਨੀ ਕਾਹਦਾ ਬੇਬੇ ਜੀ, ਇਸ ਮੁੰਡੇ ਨੇ ਤਾਂ ਸਾਡੇ ਪਿੰਡ ਨਹਾਉਣਾ ਲਿਆ। ਗੋਰਾ ਬਾਹਰ ਚਲਿਆ ਗਿਆ ਸੀ। ਨਹੀਂ, ਉਸਦਾ ਆਪਣੀ ਮਾਂ ਨਾਲ ਦੰਗਾ ਜ਼ਰੂਰ ਲੱਗਦਾ। ਬਾਹਰ ਕਿਸੇ ਨਾਲ ਕੱਟਣ ਜੋਗਾ ਇਹ ਨਹੀਂ। 2 ਵਾਰੀ ਲੋਕਾਂ ਦੀਆਂ ਮਿੰਨਤਾਂ ਕਰਕੇ ਭੇਜਿਆ, ਤਗੜਿਆਂ ਨਾਲ ਲੜ ਕੇ ਆ ਜਾਂਦਾ। ਮੈਂ ਤਾਂ ਕਹਿੰਦੀ ਸੀ ਬਾਹਰ ਨਿਕਲ ਜੇ, ਆਪਦੀ ਨੀਂਦ ਸੌਂਗਾ, ਆਪਦੀ ਨੀਂਦ ਉੱਠੂਗਾ। ਇੱਥੇ ਤਾਂ ਆਪ ਕੰਜਰਖਾਨਾ, ਜਿੰਨਾ ਮਰਜ਼ੀ ਕਰ ਲੇ। ਕੁੜੇ ਆ ਇੱਥੇ ਭੇਜ ਦਿਓ। ਕੀ ਅਵੱਲਾ ਜਿਹਾ ਨਾਂ ਲੈਂਦੇ ਆ। ਚੇਤਾ ਉੱਕ ਗਿਆ, ਮੁੱਕ ਜਾਣਾ। ਹਾਂ ਸੱਚ, ਡੱਬੀ ਡੁੱਬੀ। ਉੱਥੇ ਤਾਂ ਲੋਕ ਤਾਂ ਦੜਾ ਦੜ ਤੁਰੇ ਜਾਂਦੇ ਆ। ਨਾਲੇ ਆਪਣਾ ਤਾਂ ਅੱਧਾ ਪਿੰਡ ਚਲਿਆ ਗਿਆ। ਨਹੀਂ ਬੇਬੇ ਜੀ, 8-9 ਹਜ਼ਾਰ ਆਂਦੇ ਲੱਗਦਾ। ਜਣਾ ਖਾਣਾ ਕਿੱਥੋਂ ਖਰਚ ਲੂ?
8-9 ਹਜ਼ਾਰ। ਥੰਮਣ ਦੀ ਘਰਵਾਲੀ ਨੇ ਅੱਖਾਂ ਚਾੜ ਹੈਰਾਨ ਹੋ ਕੇ ਪੁੱਛਿਆ, ਨਾਲੇ ਤੇਰਾ ਸਿਰ 5-6 ਹਜ਼ਾਰ 'ਚ ਕੰਬ ਬਣ ਜਾਂਦਾ। 5-6 ਹਜ਼ਾਰ ਕਿਹੜਾ ਥੋੜ੍ਹਾ ਹੈ, ਇੰਨੀ ਤਾਂ ਔਂਤਰੇ ਦੀ ਠੀਕਰੀ ਨਹੀਂ ਇਕੱਠੀ ਹੁੰਦੀ। ਫੇਰ ਜ਼ਮੀਨ ਨਹੀਂ ਕੋਈ ਬਹੁਤੀ ਗਹਿਣੇ ਧਰ ਕੇ ਭੇਜ ਦਈਏ। ਨਹੀਂ ਦੇਖ ਲੈ ਭੈਣੇ, ਜਿਨ੍ਹਾਂ ਨੇ ਜਾਣਾ, ਤੇਰੇ ਪਤਿਆਰੇ ਦੇ ਪੁੱਤਾਂ ਨੂੰ ਦੇਖ, 3 ਉੱਠ ਗਏ, 2 ਸਾਲ ਅਜੇ ਹੋਏ ਨੇ, ਪੈਸਿਆਂ ਦਾ ਮੀਂਹ ਲਿਆਤਾ। ਮਹਿੰਦਰੋਂ ਹੈਰਾਨ ਹੋਈ ਉਹਦੀ ਗੱਲ ਸੁਣਦੀ ਰਹੀ। ਹੈਰਾਨ ਹੋਣ ਦੀ ਕਿਹੜੀ ਗੱਲ ਹੈ, ਉਹ ਤਾਂ ਵੀਰ ਤਿੱਖੇ ਐ। ਪਿਓ ਤਾਂ ਉਹਨਾਂ ਦਾ ਤੇਰਾ ਪਤਿਆਰਾ ਇਹੋ ਜਿਹਾ ਹੀ ਸੀ, ਭੰਗੀ ਪੂਸਤੀ। ਉੱਥੇ ਬਹਿ ਗਿਆ, ਇੱਥੇ ਬਹਿ ਗਿਆ, ਉਹਦੀ ਚੁਗਲੀ ਕਰ ਲਈ, ਇਹਦੀ ਚੁਗਲੀ ਕਰਤੀ। ਉਹਨੇ ਤਾਂ ਸਾਰੀ ਉਮਰ ਸਵਾਹ ਉਡਾਈ ਐ, ਪਰ ਮੁੰਡਿਆਂ ਨੇ ਕੰਮ ਐਨ ਕੇਰਾਂ ਬੰਨ੍ਹ ਕੇ ਚਲਾਤਾ। ਕਰਾਂਗੇ ਕੋਈ ਭੰਨ ਘੜ, ਇਹਨੂੰ ਬਾਹਰ ਕੱਢਣਾ ਹੀ ਪਊ। ਇੱਥੇ ਅੱਜ ਨਹੀਂ ਕੱਲ੍ਹ ਨੂੰ ਕੋਈ ਪੁਲਿਸ ਨੂੰ ਫੜਾ ਦੂ, ਲੋਕਾਂ ਨੂੰ ਕਿਤੇ ਠੰਡਾ ਕੱਢਦਾ। ਹੋਰ ਵੇਖ ਫਿਰ ਤੂੰ, ਉਸਨੇ ਨਿੰਮੀ ਆਵਾਜ਼ 'ਚ ਗੱਲ ਤੋਰੀ। ਉਹ ਦੇਖ, ਜਿਨ੍ਹਾਂ ਨੇ ਕਰਨਾ ਜਲੌਰੇ ਦਾ ਮੁੰਡਾ ਹੈ। ਪਹਿਲਾਂ ਤਾਂ ਜਿਉਂ ਉਸਨੇ ਸੁਰਤ ਸੰਭਾਲੀ ਹੈ, ਲੋਕਾਂ ਦੇ ਸੀਰ ਕਮਾਇਆ। ਮਾਂ ਤਾਂ ਇਹੋ ਜਿਹੀ ਹੋਈ ਹੈ, ਹਿਸ਼ ਹਿਸ਼ ਕਰਨ ਜੋਗੀ, ਪਰ ਮੁੰਡੇ ਨੇ ਮਲਾਇਆ ਵਾਲਿਆਂ ਨਾਲ 4 ਵਰ੍ਹੇ ਸੀਰ ਲਏ ਐ। ਫੇਰ ਹੁਣ ਉੱਧਰ ਇਰਾਨ 'ਚ ਉੱਠ ਗਿਆ, ਮਾਰ ਫੜ ਕੇ ਨੋਟਾਂ ਦੇ ਨੋਟ ਆਉਂਦੇ ਐ, ਮਾਂ ਤੋਂ ਸਾਂਭੇ ਨਹੀਂ ਜਾਂਦੇ। ਥੰਮਣ ਦੀ ਘਰਵਾਲੀ ਇੰਨੀਆਂ ਗੱਲਾਂ ਕਰਕੇ ਤੁਰ ਗਈ, ਪਰ ਮਹਿੰਦਰੋਂ ਸੋਚਾਂ 'ਚ ਪੈ ਗਈ। ਜੇ ਫੜ ਤੜਕੇ ਘੱਲ ਦਈਏ ਤਾਂ ਕੀ ਹੈ, ਲੈਣ ਨੂੰ ਕੀ ਹੈ, ਲੈ ਤਾਂ ਜਾਣ ਗਈ, ਜਦੋਂ ਉੱਧਰੋਂ ਮਣਾ ਮੂੰਹ ਕਮਾਈ ਆਊ। ਇਹ ਸੋਚਦਿਆਂ ਉਸਨੇ ਰਾਤ ਟਪਾਈ। ਜਦੋਂ ਗਿੰਦਰ ਨਾਲ ਇਸ ਬਾਰੇ ਗੱਲ ਕੀਤੀ, ਉਹ ਬੋਲ ਉੱਠਿਆ, ਪੈਸਾ ਹੈਗਾ 10 ਹਜ਼ਾਰ। ਪੈਸੇ ਅੰਦਰੋਂ ਤਾਂ ਨਹੀਂ ਸੂੰਦੇ ਹੁੰਦੇ, ਕੋਈ ਹੀਲਾ ਕਰਨਾ ਹੀ ਪੈਂਦਾ। ਕਰ ਲਓ ਫਿਰ, ਜੇ ਫੜ ਫੁੜ ਕੇ ਕਰ ਲਾਂਗੇ, ਲਾਉਣ ਨੂੰ ਕੀ ਹੈ, 2 ਮਹੀਨਿਆਂ 'ਚ ਲੈ ਜਾਂਦੇ ਆ। ਜੀ ਤੋਂ ਪੈਸੇ ਲਵਾਂਗੇ, ਪਹਿਲਾਂ ਤਾਂ ਅਗਲਾ ਸਿਰ 'ਤੇ ਮਣ ਦਾ ਸਾਨ ਧਰੂਗਾ, ਫੇਰ ਵਿਆਜ ਰੱਜਮਾ ਲਊ। ਅੱਜ ਹੋਰ ਕੱਲ੍ਹ ਹੋਰ ਕਰਦਿਆਂ ਉਸਨੇ ਪਿੰਡ ਵਾਲੇ ਏਜੰਟਾਂ ਨਾਲ ਗੱਲ ਕੀਤੀ। ਉਹ ਪਿੰਡ ਦੇ 2-3 ਮੁੰਡੇ ਬਾਹਰ ਭੇਜ ਚੁੱਕਿਆ ਸੀ। ਲੋਕ ਹੌਸਲਾ ਕਰਕੇ ਉਸਨੂੰ ਰਕਮ ਦੇ ਰਹੇ ਸਨ। ਗਿੰਦਰ ਨੇ ਵੀ ਗੋਰੇ ਦਾ ਪਾਸਪੋਰਟ ਬਣਾਉਣਾ ਦੇ ਦਿੱਤਾ। 5,000 ਉਹਨਾਂ ਮਲਾਇਆ ਵਾਲਿਆਂ ਤੋਂ 3 ਰੁਪਏ ਵਿਆਜ ਤੋਂ ਲੈਣ ਲਈ ਮਲਵਿੰਦਰ ਪੰਚਾਇਤ ਮੈਂਬਰ ਸਾਹਿਬ ਨੂੰ ਲੈ ਗਿਆ। 2,000 ਲਈ ਮਹਿੰਦਰੋਂ ਆਪਣੇ ਭਰਾ ਕੋਲ ਗਈ। 1,000 ਕੁ ਹੋਰ ਇੱਧਰੋਂ ਉੱਧਰੋਂ ਇਕੱਠਾ ਕਰਿਆ। ਮਹਿੰਦਰੋਂ ਆਪਣੇ ਪਤਿਆਰਿਆਂ ਦੇ ਪੁੱਤ ਵੱਲ ਵੇਖ ਵੇਖ ਹੌਸਲਾ ਫੜਦੀ ਜਾਂਦੀ। ਗਿੰਦਰ ਦਾ ਚਾਚਾ ਵੀ ਬਾਹਰ ਇਹ ਗਾਉਂਦਾ ਫਿਰਦਾ ਸੀ ਕਿ ਉਸਦੇ ਮੁੰਡੇ ਚੜ੍ਹੇ ਮਹੀਨੇ ਹਜ਼ਾਰਾਂ ਰੁਪਏ ਭੇਜਦੇ ਐ, ਤੇ ਇਹ ਗੱਲ ਹੁਣ ਸੱਚ ਹੁੰਦੀ ਵੀ ਜਾਪਦੀ ਸੀ। ਜਗਤਾਰ ਦੇ ਮੁੰਡਿਆਂ ਨੇ ਨਵਾਂ ਪੱਕਾ ਮਕਾਨ ਪਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਮਕਾਨ ਅੱਧ ਵਿਚਾਲੇ ਆ ਕੇ ਖੜੋ ਗਿਆ ਸੀ। ਸਾਲ ਤੋਂ ਉੱਤੇ ਹੋ ਚੱਲਿਆ ਸੀ। ਜੋੜੀਆਂ ਬਿਨਾਂ ਤੇ ਪਲਸਤਰ ਤੋਂ ਸੱਖਣਾ ਮਕਾਨ ਘੂਰ ਘੂਰ ਕੇ ਵੇਖਦਾ। ਵਿੱਚੋਂ ਸਿਆਣੇ ਲੋਕ ਮਲਾਗਰ ਦੇ ਮੁੰਡੇ ਵਰਗੇ ਆਖਦੇ ਸਨ, ਮਕਾਨ ਵਿਚਾਲੇ ਕਾਹਤੋਂ ਖੜ੍ਹਾ ਹੈ। ਇਹ ਕਹਿੰਦੇ ਇਹਨਾਂ ਕੋਲ ਪੈਸੇ ਹੈ ਨਹੀਂ, ਪਰ ਅੱਧਿਓਂ ਵੱਧ ਲੋਕ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ ਸਨ, ਕਿਉਂਕਿ ਜਗਤਾਰੇ ਦਾ ਛੋਟਾ ਮੁੰਡਾ ਜਿਹੜਾ ਲਾਗਲੇ ਪਿੰਡ 9ਵੀਂ-10ਵੀਂ ਵਿੱਚ ਗੇੜੇ ਖਾਈ ਜਾਂਦਾ ਸੀ, ਸਾਰੀ ਦਿਹਾੜੀ ਲੋਛੀ ਕੁੱਤੀ ਵਾਂਗ ਚਿਲਕਵੇਂ ਕਮੀਜ਼ ਤੇ ਬੈਲ ਬਾਟਮ ਪਾ ਕੇ ਅੱਗ ਲੱਗੀ ਵਾਲਿਆਂ ਵਾਂਗ ਸਾਈਕਲ 'ਤੇ ਭੱਜਿਆ ਫਿਰਦਾ ਸੀ। ਉਸ ਬਾਰੇ ਤਾਂ ਇਹ ਗੱਲ ਉੱਡ ਚੁੱਕੀ ਸੀ ਕਿ ਉਹ ਤਾਂ ਟੱਟੀ ਵੀ ਸਾਈਕਲ 'ਤੇ ਜਾਂਦਾ ਸੀ ਤੇ ਹੁਣ ਮੋਟਰਸਾਈਕਲ ਲੈਣ ਨੂੰ ਫਿਰਦਾ ਸੀ। ਇਹੋ ਜਿਹੀ ਇੱਕ ਬਾਹਰੋਂ ਮੁੜੇ ਡੁਬਈ ਵਾਲੇ ਬਾਰੇ ਮਲਾਗਰ ਦੀ ਘਰਵਾਲੀ ਨੇ ਗੱਲ ਸੁਣਾਈ। ਉਹ ਆਖਦਾ, ਮੈਨੂੰ ਤਾਂ ਘਰ ਦੀ ਰੋਟੀ ਸਵਾਦ ਨਹੀਂ ਲੱਗਦੀ, ਤੇ ਉਸ ਦੀ ਵਹੁਟੀ ਅੱਗੋਂ ਕਹਿੰਦੀ, ਤੂੰ ਬੱਧਨੀ ਹੋਟਲ 'ਤੇ ਖਾ ਆਇਆ ਕਰ। ਪਰ ਇਹ ਗੱਲਾਂ ਤਾਂ ਮਹਿੰਦਰੋਂ ਨੇ ਲੋਕਾਂ ਪਾਸੋਂ ਸੁਣੀਆਂ ਸਨ, ਪਰ ਉਹ ਖੁਦ ਅੱਖੀਂ ਵੇਂਹਦੀ ਕਿ ਉਹਨਾਂ ਬਾਹਰਲੇ ਦੇਸ਼ਾਂ 'ਚੋਂ ਮੁੜੇ ਮੁੰਡੇ ਵੱਡੀਆਂ ਵੱਡੀਆਂ ਮੂਹਰੀਆਂ ਵਾਲੀਆਂ ਸਲਵਾਰਾਂ ਜਿਹੀਆਂ ਪਾਈ, ਪੈਰਾਂ 'ਚ ਘੋੜੇ ਦੇ ਪੌੜਾਂ ਵਾਲੇ ਬੂਟ ਪਾਈ ਤੇ ਹੱਥਾਂ 'ਚ 5-5 ਕਿਲੋ ਦੀਆਂ ਟੇਪ ਰਿਕਾਰਡ ਵਜਾਉਂਦੇ ਬੀਹੀਆਂ 'ਚ ਗੇੜੇ ਕੱਢਦੇ ਫਿਰਦੇ ਸਨ। ਪਿੰਡ ਵਿੱਚ ਇਸ ਤਰ੍ਹਾਂ ਦੀ ਰੌਣਕ ਵੇਖ ਕੇ ਉਹਨਾਂ ਦਾ ਦਿਲ ਵੱਧਦਾ ਗਿਆ। ਅੰਤ ਉਹ ਦਿਨ ਆ ਵੜਿਆ ਜਿੱਦਾਂ ਗੋਰੇ ਨੇ ਦਿੱਲੀੋਂ ਜਾ ਕੇ ਜਹਾਜ਼ ਚੜ੍ਹਨਾ ਸੀ। 6ਵੇਂ-7ਵੇਂ ਦਿਨ ਚੜ੍ਹਾਉਣ ਵਾਲਿਆਂ 'ਚੋਂ ਇੱਕ ਬੰਦਾ ਮੁੜਿਆ ਤਾਂ ਪਤਾ ਲੱਗਾ ਕਿ ਵੀਜ਼ਾ ਨਹੀਂ ਲੱਗਿਆ। ਮਹਿੰਦਰੋਂ ਸੰਸੇ ਨਾਲ ਸੁੱਕਣ ਲੱਗ ਪਈ। ਪੈਸਿਆਂ ਵੱਲੋਂ ਹੱਥ ਵਢਾ ਬੈਠੇ ਆ, ਕੰਮ ਖਬਰਾਂ ਕਦੋਂ ਬਣੇ। ਗੋਰੇ ਹੋਰਾਂ ਨੂੰ ਮਹੀਨਾ ਦਿੱਲੀ ਬੈਠਿਆਂ ਨੂੰ ਹੋ ਗਿਆ ਸੀ।
ਇਹ ਖਰਚ ਉਦੋਂ ਉਹਨਾਂ ਦੇ ਲੱਕ ਤੋੜ ਰਿਹਾ ਸੀ। ਫੇਰ ਜਦੋਂ ਕਿੰਨੀ ਖੱਜਲ ਖੁਆਰੀ ਮਗਰੋਂ ਜਹਾਜ਼ ਚੜ੍ਹੇ ਤਾਂ ਕਾਬਲ ਜਾ ਕੇ ਡੱਕੇ ਗਏ। ਇੱਥੋਂ ਚੋਰੀ ਰਾਤ ਨੂੰ ਲੰਘਣਾ ਸੀ। ਜਦੋਂ ਕੰਮ ਬਣਦਾ ਨਾ ਦਿਸਿਆ ਤਾਂ ਏਜੰਟ ਬਹਾਨਾ ਲਾ ਕੇ ਕਿਧਰੇ ਟਿੱਬ ਗਿਆ। ਗੋਰੇ ਹੋਰੀ ਉਸ ਨੂੰ ਉਡੀਕਦੇ ਰਹੇ। ਉੱਥੋਂ ਦੀ ਪੁਲਿਸ ਨੇ ਸ਼ੱਕ 'ਚ ਫੜ ਕੇ ਅੰਦਰ ਕਰ ਦਿੱਤੇ। ਜਦੋਂ ਪਿੰਡ ਮੁੜੇ ਤਾਂ ਘਰਦਿਆਂ ਨੂੰ ਗਸ਼ੀਆਂ ਪੈਂਦੀਆਂ ਸਨ। ਲੋਕਾਂ ਨੇ ਪਹਿਲੀਆਂ ਕੀਤੀਆਂ ਗੱਲਾਂ ਫੇਰ ਸੁਣਾਈਆਂ। ਹੋਈ ਨਾ ਉਹੀ ਗੱਲ, ਇਹ ਲਾਣੇ ਨੂੰ ਤਾਂ ਅਸੀਂ ਮੁੱਢੋਂ ਜਾਣਦੇ ਹਾਂ, ਇਸ ਦੇ ਸਾਲੇ ਦੇ ਤਾਂ ਦਰਖਤ ਚੱਟੇ ਨਹੀਂ ਹਰੇ ਹੋਏ। ਪਰ ਹੁਣ ਕੀ ਬਣਨਾ ਸੀ? ਏਜੰਟ ਪਿੰਡ ਵੱਲ ਮੂੰਹ ਨਹੀਂ ਕਰਦਾ ਸੀ। 5-6 ਮਹੀਨੇ ਪਹਿਲਾਂ ਲਾਗਲੇ ਪਿੰਡ ਦੇ ਏਜੰਟ ਨੇ ਵੀ ਇਉਂ ਮੁੰਡਿਆਂ ਨੂੰ ਝਾਂਸਾ ਦੇ ਕੇ ਲੱਖ ਰੁਪਈਆ ਕਰ ਲਿਆ ਸੀ ਤੇ ਪੱਤਰਾ ਵਾਚ ਗਿਆ। ਪੈਸਿਆਂ ਵਾਲੇ ਨਿੱਤ ਕੁਪੱਤ ਕਰਦੇ। ਏਜੰਟ ਦੇ ਪਿਓ ਨੇ ਮੁੰਡੇ ਬਾਰੇ ਅਖਬਾਰ 'ਚ ਛਪਵਾ ਦਿੱਤਾ ਕਿ ਉਹ ਤਾਂ ਮੇਰਾ ਮੁੰਡਾ ਹੀ ਨਹੀਂ। ਪਰ ਗਿੰਦਰ ਹੋਰੀ ਮਾੜੇ ਧੀੜੇ ਜੱਟ ਗੁਰਦੀਪ ਏਜੰਟ ਨੂੰ ਕਿੱਥੋਂ ਭਾਲਦੇ? ਉਹ ਛੜਾ ਮਲੰਗ ਸੀ, ਘਰਦਿਆਂ ਨਾਲੋਂ ਪਹਿਲਾਂ ਹੀ ਅੱਡ ਸੀ ਤੇ ਪੈਸਿਆਂ ਵੱਲੋਂ ਰਾਮ ਸੱਤ ਹੋ ਗਈ। ਹੁਣ ਗਿੰਦਰ ਤੇ ਗੋਰਾ ਚਾਹੁੰਦੇ ਸਨ ਪੈਸਿਆਂ ਨੇ ਖਾਧੀ ਕੜੀ ਇੱਕ ਵਾਰੀ ਮਿਲ ਪਵੇ, ਬਸ ਬੋਕ ਹੀ ਬਣਾ ਲੈਣਾ ਹੈ। ਇੱਧਰ ਗੋਰਾ ਫੇਰ ਉਹਨਾਂ ਲੱਛਣਾਂ 'ਤੇ ਹੋ ਗਿਆ ਸੀ। ਸ਼ਰਾਬ ਕੱਢਦਾ, ਵੇਚਦਾ, ਨਾਲੇ ਪੀਂਦਾ। ਮਲਾਇਆ ਵਾਲਿਆਂ ਨੇ ਪੈਸਿਆਂ ਬਾਰੇ ਵਿਰਵਾ ਪਾ ਦਿੱਤਾ ਸੀ। ਇਹ ਤਾਂ ਹੁਣ ਦਿਸੀ ਜਾਂਦਾ ਸੀ। ਪੈਸੇ ਮੋੜਨਗੇ ਕਾਹਦੇ ਨਾਲ? ਜੇ ਮੁੰਡਾ ਬਾਹਰ ਉੱਠ ਜਾਂਦਾ ਫੇਰ ਤਾਂ ਕੋਈ ਡਰ ਹੀ ਨਹੀਂ ਸੀ। ਪਰ ਹੁਣ ਤਾਂ ਮਹਿੰਦਰੋ ਦਾ ਭਰਾ ਵੀ ਪੈਸਿਆਂ ਖਾਤਰ ਗੇੜਾ ਮਾਰ ਗਿਆ ਸੀ। ਇਸ ਦੇ ਵਿੱਚ ਗੁੱਸਾ ਕਰਨ ਦੀ ਕਿਹੜੀ ਗੱਲ ਸੀ ਜਦੋਂ ਅਗਲੇ ਦੇ ਦੇਣੇ ਸਨ। ਨਾਲੇ 8-9 ਮਹੀਨੇ ਬੀਤ ਗਏ ਸਨ। ਗਿੰਦਰ ਨੇ ਮੱਝਾਂ ਵੇਚ ਕੇ ਕੋਈ ਰਾਹ ਕੱਢਣਾ ਚਾਹਿਆ। ਇੱਕ ਸੂਈ ਹੋਈ ਸੀ ਤੇ ਦੂਜੀ ਨੇ ਅਜੇ 4 ਮਹੀਨਿਆਂ ਨੂੰ ਅਜੇ ਸੂਣਾ ਸੀ। ਮੱਝਾਂ ਵੇਚ ਕੇ ਉਸਨੇ ਜੱਟਾਂ ਨੂੰ ਮਗਰੋਂ ਲਾਉਣਾ ਚਾਹਿਆ, ਪਰ ਜਦੋਂ ਡੂੰਘੇ ਉਤਰ ਕੇ ਸੋਚਿਆ ਤਾਂ ਇਸ ਜੁਗਤ ਨਾਲ ਵੀ ਛੁਟਕਾਰਾ ਦੂਰ ਦਿਸਦਾ ਸੀ। ਮੈਂ ਵੱਧ ਤੋਂ ਵੱਧ 2000 ਦੀ ਵਿਕਣੀ ਸੀ ਤੇ ਮੈਂ ਵੇਚ ਕੇ ਉਹਨਾਂ ਨੂਣ ਤੇਲ ਤੋਂ ਹੱਥਲ ਹੋ ਜਾਣਾ ਸੀ। ਦੂਜੀ ਨੇ ਜਦੋਂ ਸੂਣਾ ਸੀ, ਪਹਿਲੀ ਨੇ ਭੱਜ ਤੜਾਕੇ ਕਰਨ ਲੱਗ ਪੈਣਾ ਸੀ। ਸ਼ਰਾਬ ਦੇ ਪੈਸੇ ਵੀ ਖੱਡੀ ਵੜ ਜਾਂਦੇ ਸੀ। ਗੁਆਂਢੀ ਟੁੱਟਿਆ ਜਿਹਾ ਤੇ ਸ਼ਕਲੋਂ ਸੂਰਤੋਂ ਚਿਪਰਾ ਜਿਹਾ ਬਾਣੀਆਂ ਗੁੜ ਦੇ ਪੈਸਿਆਂ ਨੂੰ ਨਿੱਤ ਆ ਖੜਦਾ ਸੀ। ਮਲਾਇਆ ਵਾਲਿਆਂ ਨੇ ਮਲਵਿੰਦਰ ਪੰਚਾਇਤ ਮੈਂਬਰ ਨੂੰ ਇਹ ਕਹਿ ਕੇ ਭੇਜਿਆ, ਉਹਨਾਂ ਤੋਂ ਪੈਸੇ ਨਹੀਂ ਮੁੜਦੇ ਤਾਂ ਮੁੰਡਾ ਸਾਡੇ ਨਾਲ ਸਾਲ ਖੰਡ ਕੰਮ ਕਰਾ ਦੇਵੇ। ਉਹਨਾਂ ਦਾ ਏਡਾ ਵੱਡਾ ਵਿੱਢ ਸੀ ਕਿ ਆਏ ਸਾਲ 2-2.5 ਹਜ਼ਾਰ ਦੀ ਹਾੜੀ ਸੋਹਣੀ ਸੀਰੀ ਨੂੰ ਆ ਜਾਂਦੀ ਸੀ। ਬਖਤੌਰੇ ਦਾ ਮੁੰਡਾ ਇਹਨਾਂ ਨਾਲ ਹੀ ਸੀਰ ਲੈਂਦਾ ਸੀ। ਪਰ ਇਹ ਗੱਲ ਸ਼ਰੀਕ ਜੱਟ ਨੂੰ ਆਖਣੀ ਕਿਤੇ ਸੁਖਾਲੀ ਸੀ। ਪਹਿਲਾਂ ਤਾਂ ਮਲਵਿੰਦਰ ਵੀ ਝਿਜਕਿਆ, ਪਰ ਜਾਮਨ ਹੋਣ ਕਰਕੇ ਉਸਨੂੰ ਇਹ ਗੱਲ ਕਹਿਣੀ ਹੀ ਪੈਣੀ ਸੀ। ਉਸਨੇ ਰਮਜ ਨਾਲ ਗਿੰਦਰ ਨੂੰ ਗੱਲ ਸਮਝਾਈ। ਉਹ ਸੁਣ ਕੇ ਸਤੰਭ ਹੋ ਗਿਆ। ਮਾੜੀ ਕਿਸਮਤ ਨੂੰ ਕੋਸਣ ਲੱਗ ਪਿਆ। ਰੱਬ ਨੇ ਆਹ ਦਿਨ ਵੀ ਦਿਖਾਉਣਾ ਸੀ, ਪਰ ਕੋਈ ਚਾਰਾ ਹੀ ਨਹੀਂ ਸੀ ਜਿਹੜਾ ਕਰਸ ਲੈਂਦੇ। ਜਦੋਂ ਉਸਨੇ ਮਹਿੰਦਰੋ ਨਾਲ ਗੱਲ ਕੀਤੀ, ਉਹ ਬੁੜਕ ਉੱਠੀ। ਹੈ ਉੱਤਾਂ ਦੇ ਪਊਏ ਜੇ, ਅਸੀਂ ਕੀ ਪਿੰਡੋਂ ਨਿਕਲਣ ਲੱਗੇ ਹਾਂ? ਕੋਈ ਨਾ, ਪੈਸੇ ਦੇ ਕੇ ਹੀ ਖਹਿੜਾ ਛੁਡਾਵਾਂਗੇ। ਜੇ ਪਿੰਡ ਵੀ ਛੱਡਿਆ ਤਾਂ ਮਾੜੇ ਕਰਮਾਂ ਨੇ ਪੱਟੀ ਨਾ ਵੱਜਣ ਦਿੱਤੀ। ਨਹੀਂ ਐ ਕੀ ਸੀ? ਪਰ ਜਦੋਂ ਠੰਡੇ ਮਤੇ ਨਾਲ ਸੋਚਿਆ ਤਾਂ ਮਨ ਆਪਣੇ ਆਪ ਥਹਿ ਸਿਰ ਆਉਂਦਾ ਗਿਆ। ਇਹਨਾਂ ਦਾ ਤਾਂ 5000 ਹੈ, ਇਹਨਾਂ ਨੇ ਤਾਂ ਕਹਿਣਾ ਹੀ ਹੈ। ਉਹਨੂੰ ਤਾਂ ਹੁਣ ਆਪਣੇ ਭਰਾ 'ਤੇ ਵੀ ਲੋੜਿਆਂ ਦਾ ਹਰਖ ਆਉਂਦਾ ਸੀ। ਕੋਈ ਹੋਰ ਭੰਨ ਘੜ ਕਰ ਲੈ। ਹੋਰ ਭੰਨ ਘੜ ਨੂੰ ਹੀ ਦੱਸ ਕਿਹੜਾ ਕਰ ਲਾਂ। ਫੇਰ ਤਪ ਕੇ ਬੋਲਿਆ ਜਿਵੇਂ ਉਹਦੇ 'ਤੇ ਗੁੱਸਾ ਝਾੜਦਾ ਹੋਵੇ, ਤੂੰ ਹੀ ਕੰਜਰ ਦੀਏ ਮੇਰੀ ਜਾਨ ਨੂੰ ਰੱਸੇ ਪੈੜੇ ਵੱਟੇ ਐ। ਉਦੋਂ ਕਹਿੰਦੀ ਸੀ ਮੁੰਡਾ ਬਾਹਰ ਭੇਜਣਾ, ਭੇਜ ਲੈ ਬਾਹਰ। ਹੁਣ ਤਾਂ ਤੈਥੋਂ ਫੇਰ ਨੋਟ ਸਾਂਭੇ ਨਹੀਂ ਜਾਂਦੇ ਹੋਣੇ। ਅੱਗੇ ਐਂ ਤਾਂ ਹੈ ਨਹੀਂ ਸੀ ਬਈ ਕੋਈ ਬਾਹਰ 'ਚ ਆ ਕੇ ਹੋਕਰਾਂ ਮਾਰਦਾ ਸੀ। ਤਾਂ ਕੀ ਹੈ? ਮਹਿੰਦਰੋ ਨੇ ਗੱਲ ਨੂੰ ਠੰਡੀ ਪਾਉਣੀ ਚਾਹੀ। ਲੋਕ ਕਿਤੇ ਕਹਿੰਦੇ ਨਹੀਂ ਕੁਛ, ਤੂੰ ਤਾਂ ਐਵੇਂ ਔਖਾ ਹੋ ਜਾਂਦਾ। ਕਬੀਲਦਾਰੀਆਂ 'ਚ ਇਹੋ ਜਿਹਾ ਹੀ ਹੁੰਦਾ। ਪਰ ਗਿੰਦਰ ਕਾੜਨੀ ਵਾਂਗ ਰਿੱਝਦਾ ਰਿਹਾ। ਫੇਰ ਹਰਖਵੀਂ ਆਵਾਜ਼ 'ਚ ਬੋਲਿਆ, ਹੁਣ ਕੁਛ ਦੱਸ ਵੀ। ਬਹਿ ਗਈਆਂ ਮੂੰਹ ਸੁੰਨ ਅਰਗਾ ਕਰਕੇ। ਮੈਂ ਕੀ ਦੱਸਾਂ, ਦੇਖ ਲੈ ਜਿਵੇਂ ਲੋਟ ਲੱਗਦਾ ਕਰ ਲੋ, ਉਸਨੂੰ ਪੁੱਛ ਲੈ। ਮੈਂ ਕੀ ਦੱਸਾਂ? ਗਿੰਦਰ ਨੇ ਉਸ ਦੀ ਸਾਂਗ ਲਾਈ। ਉਹ ਪੁੱਤ ਤੇ ਤੇਰਾ ਹੀ ਹੈ ਨਾ ਬਈ, ਬਹੁਤਾ ਕੂਲਾ ਹੈ, ਛੇਤੀ ਮੰਨ ਜੂਗਾ।
ਤੇ ਮਹਿੰਦਰੋਂ ਸੱਚੀ ਮੁੱਚੀ ਕੁਸਨ ਵਰਗਾ ਮੂੰਹ ਕਰੀ ਪਤੀਲਾ ਮਾਂਜਦੀ ਰਹੀ। ਖੇਤ ਗਿੰਦਰ ਨੇ ਭੁਲਾ ਨਾਲ ਗੱਲ ਤੋਰੀ। ਉਹ ਦੋਵੇਂ ਜਣੇ ਝੋਲੀਆਂ ਬੰਨੀ ਵਾਹਵਾ ਪਠੀਰ ਹੋਏ ਕਣਕ ਵਿੱਚੋਂ ਜੌਂਦਰ ਖਿੱਚਦੇ ਕੋਈ ਗੱਲ ਕਰ ਲੈਂਦੇ। ਗਿੰਦਰ ਉਸ ਨੂੰ ਬਰਾਬਰ ਦਾ ਪੁੱਤ ਸਮਝਣ ਲੱਗ ਪਿਆ ਸੀ, ਤਾਂ ਹੀ ਬਚਾ ਕੇ ਗੱਲ ਕਰਦਾ ਸੀ। ਗੱਲਬਾਤ ਸ਼ਰਾਬ ਤੋਂ ਚੱਲ ਪਈ, ਬਾਹਰ ਗਏ ਮੁੰਡਿਆਂ ਤੱਕ ਆ ਗਈ ਸੀ। ਫੇਰ ਗੁਰਦੀਪ ਦੀ ਠੱਗੀ ਦੀ ਗੱਲ ਤੁਰੀ। ਦੋਹਾਂ ਪਿਓ ਪੁੱਤਾਂ ਨੇ ਬੁੱਲ ਚੱਬੇ। ਮੇਰਾ ਸਹੁਰਾ ਕੇਰਾ ਮੱਥਾ ਤਾਂ ਲਾਵੇ, ਜੇ ਸੁੱਕਾ ਨਾ ਚੱਬ ਜੀਏ ਤਾਂ ਮੇਰੇ ਪਤਿਆਰੇ ਨੂੰ। ਗਿੰਦਰ ਨੇ ਪਿੰਡ ਵੱਲ ਵੇਂਦਿਆਂ ਬੜੀ ਸੋਗਵੀਂ ਆਵਾਜ਼ 'ਚ ਕਿਹਾ। ਉਹਨੇ ਭੈਣ ਦੇ ਯਾਰ ਨੇ ਹੁਣ ਇੱਥੇ ਕੀ ਰੁਪਈਆ ਧਰਨ ਆਉਣਾ? ਸਹੁਰੇ ਮੇਰੇ ਨੇ ਸਾਡਾ ਤਾਂ ਲਾਂਗਾ ਕਰਤਾ, ਅਗਲਿਆਂ ਦੇ ਪੈਸੇ ਸਿਰ ਖੜੇ ਐ। ਉਹਨਾਂ ਨੇ ਸਾਲਿਆਂ ਨੇ ਉਦੋਂ ਘਰ ਕੋਡਾ ਕਰ ਰੱਖਿਆ। ਅੱਜ ਤੜਕਿਓਂ ਉਹਨਾਂ ਦਾ ਐਨਕਬਾਜ਼ ਕੀ ਕਹਿੰਦਾ ਸੀ? ਗੋਰੇ ਨੇ ਜੌਂਦਰ ਦਾ ਰੁੱਗ ਝੋਲੀ ਵਿੱਚ ਸੁੱਟਦਿਆਂ ਪੁੱਛਿਆ। ਰੁਪਈਏ ਭਾਲਦਾ, ਹੋਰ ਉਹਨਾਂ ਮੁੰਡਾ ਦੇਖਣ ਆਉਣਾ ਹੈ? ਗਿੰਦਰ ਤੋਂ ਚੱਜ ਦਾ ਉੱਤਰ ਨਾ ਸਰਿਆ। ਉਹ ਉੱਤਰ ਵੀ ਕੀ ਦਿੰਦਾ, ਚੁੱਪ ਕਰ ਗਿਆ। ਕਿੰਨਾ ਚਿਰ ਚੁੱਪ-ਚਾਪ ਜੌਂਦਰ ਦੇ ਬੂਝੇ ਖਿੱਚਦੇ ਰਹੇ। ਫੇਰ ਚਾਣ-ਚੱਕ ਗਿੰਦਰ ਬੋਲ ਪਿਆ। ਮਲਾਇਆ ਵਾਲਿਆਂ ਦਾ ਗੇਜਾ ਆਂਦਾ ਸੀ ਜੇ ਥੋਤੋਂ। ਫੇਰ ਪਤਾ ਨਹੀਂ ਗਿੰਦਰ ਕਿਉਂ ਚੁੱਪ ਹੋ ਗਿਆ। ਉਹ ਪੁੱਤ ਨੂੰ ਅਗਾਂਹ ਕਿਵੇਂ ਆਖੇ? ਕੀ ਥੋਤੋਂ? ਗੋਰਾ ਜੌਂਦਰ ਫੜਨੀ ਛੱਡ ਕੇ ਉਹਦੇ ਵੱਲ ਟਿਕਵੀਂ ਨਿਗਾਹ ਨਾਲ ਵੇਖ ਰਿਹਾ ਸੀ। ਬਿੰਦ ਕੋ ਗਿੰਦਰ ਚੁੱਪ ਰਿਹਾ। ਸਿਰਫ ਕਣਕ ਸੀ ਸਰਸਰ ਕਰਨ ਦੀ ਆਵਾਜ਼ ਹੀ ਸੁਣਦੀ ਸੀ। ਬਈ ਜੇ ਤੁਹਾਡੇ ਕੋਲੋਂ ਪੈਸੇ ਨਹੀਂ ਮੁੜਦੇ ਤਾਂ ਗੋਰਾ ਸਾਡੇ ਨਾਲ ਸਾਲ ਲਵਾ ਦੇਵੇ। ਤੂੰ ਆਖ ਕੇ ਗਿੰਦਰ ਨੇ ਮੁੰਡੇ ਵੱਲ ਦੇਖਿਆ। ਗੋਰਾ ਵੀ ਉਹਦੇ ਵੱਲ ਝਾਕੀ ਜਾਂਦਾ ਸੀ, ਪਰ ਉੱਤਰ ਕੋਈ ਨਹੀਂ ਦਿੱਤਾ। ਉਸ ਨੂੰ ਖੜੋਤੇ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਉਸਦੇ ਸਿਰ ਨੂੰ ਘਮੇਰ ਚੜ੍ਹਦੀ ਹੋਵੇ। ਮਲਵਿੰਦਰ ਮੈਂਬਰ ਪੰਚਾਇਤ ਵੀ ਆਂਦਾ ਸੀ। ਗਿੰਦਰ ਦੀ ਆਵਾਜ਼ ਉਹਨੂੰ ਫਿਰ ਸੁਣੀ। ਕੰਮ ਦਾ ਕੀ ਮਿਹਣਾ? ਫੇਰ ਜਿਵੇਂ ਕੁਝ ਅਗਾਂਹ ਔੜਦਾ ਨਾ ਹੋਵੇ। ਉਹ 2-3 ਵਾਰੀ ਇਹੀ ਗੱਲ ਤੋੜ ਮਰੋੜ ਕੇ ਬੋਲੀ ਗਿਆ। ਮਿਹਣਾ ਕਾਹਦਾ ਕੰਮ ਦਾ? ਕੋਈ ਮਿਹਣਾ ਨਹੀਂ ਕੰਮ ਦਾ। ਮਿਹਣੇ ਤਾਂ ਹੋਰ ਬਥੇਰੇ ਹੁੰਦੇ ਆ। ਗੋਰਾ ਫੇਰ ਵੀ ਨਹੀਂ ਬੋਲ ਸਕਿਆ, ਜਿਵੇਂ ਉਸਦੀ ਜ਼ੁਬਾਨ ਕੱਟੀ ਗਈ ਹੋਵੇ। ਗਿੰਦਰ ਉਹਦੀ ਚੁੱਪ ਤੋਂ ਤਰਹਿਕ ਗਿਆ, ਪਰ ਕੁਝ ਸੋਚ ਕੇ ਆਖਣਾ ਸ਼ੁਰੂ ਕੀਤਾ। ਜਲੌਰੇ ਦਾ ਮੁੰਡਾ ਜੇ ਸੀਰ ਲੈਂਦਾ ਸੀ ਤਾਂ ਹੁਣ ਹੈਰਾਨ ਵੀ ਉੱਠ ਗਿਆ ਨਾ। ਆਪ ਦੀਆਂ ਮੌਜਾਂ ਕਰਦਾ, ਗਹਿਣੇ ਕੀਤੀ ਜ਼ਮੀਨ ਛੁਡਾ ਲਈ, ਹੁਣ ਪੈਸੇ ਬੰਕ 'ਚ ਕਰੀ ਜਾਂਦਾ। ਪਰ ਗੋਰੇ ਨੇ ਉਸਦੀ ਕਿਸੇ ਗੱਲ ਦਾ ਹੁੰਗਾਰਾ ਨਹੀਂ ਦਿੱਤਾ। ਪਰ ਗਿੰਦਰ ਸਿਆਣਾ ਬਣਿਆ ਅਜੇ ਵੀ ਕੁਹਾਣੇ ਪਾਈ ਜਾਂਦਾ ਸੀ। ਕਿਸਮਤ 'ਚ ਹੋਇਆ ਫੇਰ ਵੀ ਬਾਹਰ ਜਾਣ ਦਾ ਦਾਅ ਲੱਗ ਜੂਗਾ। ਕਿਸਮਤ 'ਚ ਕਿਉਂ? ਉਹ ਤਾਂ ਮੇਰੇ ਸਾਲੇ ਗੁਰਦੀਪ ਦੀ ਉਹ ਕੁੜੀ ਨਿਕਲ ਗਈ। ਨਹੀਂ ਆਏ ਆਪਾਂ ਕੀ ਰੱਬ ਦੇ ਮਾਂ ਮਾਰੇ ਆ? ਲੋਕਾਂ ਦੇ ਵਾਰੇ ਨਿਆਰੇ ਹੋਏ ਜਾਂਦੇ ਆ। ਗੋਰਾ ਉਸ ਦਿਨ ਆਥਣ ਤੱਕ ਬੋਲ ਨਾ ਸਕਿਆ। ਇਹ ਸੋਚਣਾ ਤਾਂ ਉਸਦੇ ਲਈ ਮਰਨ ਬਰਾਬਰ ਸੀ ਕਿ ਉਹ ਸੀਰੀ ਬਣ ਕੇ ਸ਼ਰੀਕਾਂ ਦੇ ਘਰ ਕਮਾਵੇ। ਉਹ ਤਾਂ ਸਗੋਂ ਜਲੌਰੇ ਦਾ ਛੋਟੇ ਮੁੰਡਿਆਂ ਨੂੰ ਟੀਚਰ ਕਰਦਾ ਰਹਿੰਦਾ ਸੀ। ਉਸ ਨੂੰ ਇੱਕ ਦਿਨ ਦੀ ਗੱਲ ਯਾਦ ਆਈ। ਮੋੜ 'ਤੇ ਇਕੱਠੀ ਹੋਈ ਮੰਡੀਰ ਜਲੌਰੇ ਦੇ ਛੋਟੇ ਮੁੰਡੇ ਨੂੰ ਝੇਡਾਂ ਕਰੀ ਜਾਂਦੀ ਸੀ। ਅਕੇ ਕਿੰਨੇ ਮਨਾਂ 'ਤੇ ਰਲਣਾ ਓਏ? ਜਾ ਓਏ ਤੂੰ। ਜਲੌਰੇ ਦਾ ਛੋਟਾ ਮੁੰਡਾ ਮੂੰਹ ਪਰੇ ਨੂੰ ਕਰਕੇ ਸੰਗ ਮੰਨ ਗਿਆ। ਗਿੰਦਰ ਦੇ ਚਾਚੇ ਦਾ ਮੁੰਡਾ ਮੇਲੀ 35 ਕੁ ਵਰ੍ਹੇ ਦਾ ਕੋਲ ਖਲੋਤਾ ਸੀ। ਉਹ ਬੋਲਿਆ, ਕੰਜਰਾ ਹੁਣ ਸੰਗ ਕਾਹਦੀ ਐ? ਨਾਲੇ ਕੰਮ ਦਾ ਵੀ ਕੋਈ ਮਿਹਣਾ? ਤੂੰ ਤਾਂ ਵਿਆਹੁਲੀ ਕੁੜੀ ਵਾਂਗੂ ਮੂੰਹ ਜਿਹਾ ਮਰੋੜ ਕੇ ਪਰੇ ਨੂੰ ਹੋ ਗਿਆ। ਥਾਪੀ ਮਾਰ ਕੇ ਕਹਿ 15 ਮਣ ਲਊਂ। ਜਾ ਓਏ ਛਾਲੀਆ ਜਿਹਾ। ਜਲੌਰੇ ਦਾ ਮੁੰਡਾ ਅਜੇ ਵੀ ਸ਼ਰਮ ਮੰਨਦਾ ਸੀ। ਜੌਂਦਰ ਦੀਆਂ 2 ਭਰੀਆਂ ਬਣਾ ਕੇ ਉਹ ਬਰਸੀਮ ਵੱਢਣ ਆ ਲੱਗਾ। ਪੱਠੇ ਵੱਢਦਿਆਂ ਗਿੰਦਰ ਨੇ ਤਾਂ 2-4 ਗੱਲਾਂ ਕੀਤੀਆਂ। ਗੋਰਾ ਇਉਂ ਚੁੱਪ-ਚਾਪ ਕੱਖ ਵੱਢੀ ਗਿਆ ਜਿਵੇਂ ਸੁੱਖਾ ਖਾਧਾ ਹੋਵੇ। ਸਿਰਫ ਦਾਤੀ ਦੀ ਸਰਕ ਹੀ ਸੁਣਦੀ ਸੀ। ਘਰੇ ਆ ਕੇ ਜਦੋਂ ਚਾਹ ਪਾਣੀ ਪੀਣ ਲੱਗਾ ਤਾਂ ਮਹਿੰਦਰੋਂ ਨੇ ਗਲਾਸ ਫੜਾਉਂਦਿਆਂ ਉਹਦੇ ਮੂੰਹ ਵੱਲ ਵੇਂਦਿਆਂ ਗੜਕੇ ਨਾਲ ਪੁੱਛਿਆ, ਵੇ ਤੂੰ ਕਾਹਤੋਂ ਐਂ ਆਹੋ ਵਰਗਾ ਮੂੰਹ ਕੀਤਾ ਹੈਂ? ਪਰ ਮੁੰਡਾ ਨਹੀਂ ਬੋਲਿਆ। ਉਸ ਦੀ ਚੁੱਪ ਵੇਖ ਕੇ ਫੇਰ ਬੋਲੀ, ਕੋੜਾ ਬਸੂਰਾ ਜਿਹਾ, ਬਹੁਤਾ ਹੀ ਕੁਛ ਗੱਭਰੂ ਹੋਣ ਲੱਗਿਆ। ਪਰ ਗੋਰਾ ਤਾਂ ਫੇਰ ਵੀ ਨਹੀਂ ਬੋਲਿਆ। ਨਹੀਂ, ਇਸ ਗੱਲ ਦੇ ਮੋੜ 'ਚ ਕਈ ਆਖਣੀਆਂ ਸਨ। ਮਹਿੰਦਰੋਂ ਨੂੰ ਸ਼ੱਕ ਪਈ, ਪਿਓ ਪੁੱਤ 'ਚ ਵਿਖਾਦ ਪੈ ਗਿਆ ਹੋਣਾ। ਫੇਰ ਉਸ ਨੂੰ ਕਈਆਂ ਦਿਨਾਂ ਦੇ ਘਰ ਪੈਂਦੇ ਯੈਬਰੇ ਬਾਰੇ ਵੀ ਸ਼ੱਕ ਪਿਆ ਸੀ। ਅੱਗੇ ਨਾਲੇ ਗਿੰਦਰ ਵੀ ਗੰਭੀਰ ਸੀ।
ਅੱਗੇ ਤਾਂ ਗਿੰਦਰ ਅਜਿਹੇ ਝਗੜੇ ਦੇ ਗਾਲਾਂ ਕੱਢਦਾ ਹੀ ਘਰੇ ਆਉਂਦਾ ਸੀ, ਪਰ ਅੱਜ ਤਾਂ ਉਹ ਚਾਹ ਪੀਂਦਾ ਪੈਰ ਦੇ ਅੰਗੂਠੇ ਨਾਲ ਕੱਚਾ ਫਰਸ਼ ਖਰੋਚ ਰਿਹਾ ਸੀ। ਇੱਕ ਦੋ ਗੱਲਾਂ ਜ਼ਰੂਰ ਕੀਤੀਆਂ, ਫਿਰ ਉਹ ਪੱਠੇ ਕੁਤਰਨ ਲੱਗ ਪਏ। ਉਦੋਂ ਮਗਰੋਂ ਮੂੰਹ ਘਰੋਟ ਵਰਗਾ ਕਰੀ ਗੋਰਾ ਘਰੋਂ ਬਾਹਰ ਨਿਕਲ ਗਿਆ। ਜਦੋਂ ਮੁੜਿਆ ਤਾਂ ਹਨੇਰਾ ਵਾਹਵਾ ਉੱਤਰ ਆਇਆ ਸੀ। ਗਿੰਦਰ ਨੇ ਕੱਦੂ ਨੂੰ ਲਾ ਕੇ ਪਸ਼ੂ ਅੰਦਰ ਕਰ ਦਿੱਤੇ ਸਨ ਤੇ ਹੁਣ ਕਿਧਰੇ ਬਾਹਰ ਕਿਸੇ ਧੰਦੇ ਵਗ ਗਿਆ ਸੀ। ਮੰਜੇ ਉੱਤੇ ਗੋਰਾ ਉਂਝ ਹੀ ਚੁੱਪ ਘੜੁੱਪ ਬੈਠਾ ਮਹਿੰਦਰੋਂ ਨੂੰ ਓਪਰਾ ਜਾਪ ਰਿਹਾ ਸੀ। ਲੱਤਾਂ 'ਚ ਉਹ ਗਿੰਦਰ ਦਾ ਪੁਰਾਣਾ ਡੱਬੂਆਂ ਵਾਲਾ ਚਾਦਰਾ ਪਾਇਆ ਹੋਇਆ ਸੀ ਤੇ ਪੈਰਾਂ ਵਿੱਚ ਪੁਰਾਣੀ ਧੋੜੀ ਦੀ ਦੁੱਪੜ ਜਿਹੀ ਜੁੱਤੀ। ਪਰ ਗੋਰੇ ਨੂੰ ਲੀੜਾ ਲੱਤਾ ਜੁੱਤੀ ਸਾਫ਼ ਕਰਕੇ ਰੱਖਣ ਦੀ ਰੀਝ ਸੀ। ਦੋਵੇਂ ਹੱਥ ਜੋੜ ਕੇ ਪੱਟਾਂ 'ਚ ਘਸੋਈ ਉਸ ਚੁੱਲ੍ਹੇ ਮੂਹਰੇ ਰੋਟੀਆਂ ਥੱਪ ਰਹੀ ਮਹਿੰਦਰੋਂ ਵੱਲ ਨਿਗਾਹ ਲਾ ਕੇ ਵੇਖ ਰਿਹਾ ਸੀ। ਮਹਿੰਦਰੋਂ ਉਸ ਵੱਲ ਝਾਕੀ ਪਰ ਬੋਲੀ ਕੁਝ ਨਾ। ਮਨ 'ਚ ਕੁੜੱਤਣ ਬੇਸ਼ੁਮਾਰ ਇਕੱਠੀ ਹੋਈ ਪਈ ਸੀ, ਪਰ ਇਹੀ ਸਾਰੀ ਕੁੜੱਤਣ ਗੋਰੇ ਦੇ ਦੀਵੇ ਨੇ। ਚਾਨਣ ਵਿੱਚ ਲਾਲ ਸੁਰਖ ਦਿਸਦੇ ਚਿਹਰੇ ਵੱਲ ਵੇਖ ਕੇ ਮੰਨਦੀ ਪੈਂਦੀ ਗਈ। ਉਦੋਂ ਹੀ ਮਲਾਗਰ ਕੀ ਵਿਹੜੇ ਵਾਲੀ ਬੱਤੀ ਜਗੀ ਤੇ ਉਹਨਾਂ ਦੇ ਵਿਹੜੇ 'ਚ ਵੀ ਮਾਮੂਲੀ ਚਾਨਣ ਹੋ ਗਿਆ। ਰੋਟੀ ਖਾ ਕੇ 7-8 ਸਾਲ ਦੀ ਕੁੜੀ ਸੀ ਕਰਦੀ ਤੇ ਰੱਜ ਕੇ ਔਖੇ ਜਿਹੇ ਸਾਹ ਲੈਂਦੀ ਸਿੱਧੀ ਗੋਰੇ ਵੱਲ ਆਈ। ਵੀਲੇ, ਤੂੰ ਲੋਤੀ ਆਣੀ ਐ ਹੈਂ? ਗੋਰੇ ਦਾ ਅੱਗੋਂ ਉੱਤਰ ਨਾ ਸੁਣ ਕੇ ਉਹ ਦੁਬਾਰਾ ਪੁੱਛਿਆ। ਗੋਰੇ ਨੇ ਮਲਵੀ ਜੀਭ ਨਾਲ ਸਿਰ ਫੇਰਿਆ, ਜਿਹੜਾ ਕੁੜੀ ਨੂੰ ਸਮਝ ਨਹੀਂ ਆਇਆ। ਕੁੜੀ ਲਗਾਤਾਰ ਉਸ ਨੂੰ ਪੁੱਛਦੀ ਰਹੀ। ਮਹਿੰਦਰੋਂ ਅੱਕ ਕੇ ਬੋਲ ਉੱਠੀ, ਨਹੀਂ ਤੂੰ ਇੱਧਰ ਆ ਜਾ ਕੁੱਤੀਏ। ਲੱਗੀ ਐ ਵੀਲੇ ਵੀਲੇ ਕਰਨ, ਕੋਈ ਨਹੀਂ ਤੈਨੂੰ ਸੰਧਾਰੇ ਭੇਜ ਦੇ। ਇਹ ਨਾਲੇ ਇਹਦੀ ਤਾਂ ਦੁਪਹਿਰ ਤੋਂ ਖਬਰਾਂ ਕਾਹਤੋਂ ਸੁੰਨੀ ਸੁੱਜੀ ਐ? ਕੀ ਸੱਪ ਲੜਿਆ ਇਹਦੇ? ਗੋਰਾ ਆਪਣੀ ਮਾਂ ਵੱਲ ਅੱਖਾਂ ਪਾੜ ਕੇ ਵੇਖੀ ਗਿਆ। ਕੋਈ ਹੋਰ ਦਿਨ ਹੁੰਦਾ ਇਸ ਦੇ ਉੱਤਰ ਵੱਲ ਉਸਨੇ ਕਿੰਨਾ ਕੁਝ ਆਖਣਾ ਸੀ, ਪਰ ਅੱਜ ਖਬਰੇ ਉਹਦਾ ਜੀ ਕਿਉਂ ਬੋਲਣ ਤੋਂ ਚੱਲਦਾ ਸੀ। ਪਰ ਕੁੜੀ ਅਜੇ ਵੀ ਉਹਦੇ ਨਾਲ ਤੋਤਲੀਆਂ ਗੱਲਾਂ 'ਚ ਜੁਟੀ ਹੋਈ ਸੀ। ਵੀਲੇ, ਤੂੰ ਦਾਰੂ ਪੀਤੀ ਐ? ਦਾਰੂਆਂ ਹੀ ਪੀਣੀਆਂ ਨਾ ਇਹਨੇ। ਮਹਿੰਦਰੋਂ ਫੇਰ ਗੜਕ ਉੱਠੀ। ਪਿਓ ਦਾਦੇ ਦੀ ਪੈੜ 'ਚੋਂ ਕਿਵੇਂ ਨਿਕਲ ਜਾਣਗੇ? ਲੋਕਾਂ ਦੇ ਔਂਤਾਂ ਦੇ ਰਤੀ ਰਤੀ ਭਰ ਚੀਚਲੇ ਬਤਾਏ ਨਹੀਂ ਜਾਂਦੇ। ਸਾਡਿਆਂ ਨੂੰ ਖਬਰਾਂ ਕੀ ਘੇਸੂ ਫਿਰਿਆ। ਆਹ ਕੰਮ ਰਹਿ ਗਿਆ, ਕੱਢ ਲਈ ਪੀ ਲਈ। ਲੋਕਾਂ ਨਾਲ ਛਿੱਤਰੋ ਛਿੱਤਰੀ ਹੋਲੇ। ਬਿੰਦ ਕੋ ਚੁੱਪ ਰਹੀ। ਚੁੱਲ੍ਹੇ ਵਿਚਲੀ ਗੋਹਿਆਂ ਦੀ ਅੱਗ ਦਾ ਤਾਜ ਚੌਂਤੇ ਤੋਂ ਬਾਹਰ ਤੱਕ ਪੈਂਦਾ ਸੀ। ਨਿੱਕੀ ਕੁੜੀ ਅਜੇ ਵੀ ਗੋਰੇ ਦੇ ਗੋਡਿਆਂ 'ਤੇ ਉਲਰੀ ਗੱਲ ਕਰੀ ਜਾਂਦੀ ਸੀ ਤੇ ਗੋਰਾ ਅੰਦਰੇ ਰੋਹ ਨਾਲ ਕੰਬੜੀਆਂ ਖਾਈ ਜਾਂਦਾ ਸੀ। ਵੀਲੇ, ਤੈਨੂੰ ਪਾਲਾ ਲੱਗਦਾ? ਮੈਂ ਥੇਸ ਲਿਆ ਕੇ ਦੇਵਾਂ? ਇਸ ਗੱਲ 'ਤੇ ਮਹਿੰਦਰੋਂ ਫੇਰ ਤਪ ਉੱਠੀ। ਲਿਆ ਦੇ ਇਹਨੂੰ ਜੁੱਬੜ ਅੰਦਰੋਂ। ਇਹ ਭਰਾ ਸਲੱਗ ਐ, ਉੱਤੋਂ ਭੈਣ ਮੋਹ ਖੋਰੀ ਐ। ਜੁੱਬੜਾਂ 'ਚ ਪੈਣੇ ਇਹਨੇ। ਕਮਾਈਆਂ ਕਰ ਕਰ ਤਾਂ ਲੱਲਰ ਲਾਤੇ। ਨਾਲੇ ਕਮਾਈਆਂ ਦਾ ਇਹਨਾਂ ਦੀਆਂ ਦਾ ਕੋਈ ਲੇਖਾ ਹੈ? ਅਜੇ ਤੱਕ ਤਾਂ ਅਗਲੇ ਇਹਦੇ ਭੱਦਰਕਾਰੇ ਨਹੀਂ ਭੁੱਲੇ। ਨਾਲ ਦੀ ਨਾਲ ਮਹਿੰਦਰੋਂ ਚਿਮਟੇ ਨਾਲ ਚੁੱਲ੍ਹਿਓਂ ਬਾਹਰ ਡਿੱਗਦੇ ਅਤੇ ਅੱਧ ਮੱਚਦੇ ਗੋਹੇ ਨੂੰ ਸੂਤ ਵੀ ਕਰਦੀ ਰਹੀ। ਐਤਕੀ ਗੋਰੇ ਦਾ ਮਾਮੂਲੀ ਜਿਹਾ ਮੂੰਹ ਖੁੱਲ੍ਹਿਆ। ਜਿਹੜਾ ਤੁਸੀਂ ਭੱਦਰਕਾਰਾ ਕਰਨ ਲੱਗੇ ਹੋ? ਉਸਦੀ ਬੀਬੀ ਚਿਮਟਾ ਰੋਕ ਕੇ ਉਹਦੇ ਵੱਲ ਝਾਕੀ। ਚੁੱਲ੍ਹੇ ਵਿਚਲਾ ਧੁਖਦਾ ਗੋਹਾ ਫੇਰ ਬਾਹਰ ਆ ਡਿੱਗਿਆ ਸੀ। ਪਸਰੇ ਹਨੇਰੇ ਵਿਚਲੇ ਮੱਧਮ ਚਾਨਣ ਨਾਲ ਉਸਨੂੰ ਗੋਰੇ ਦੀਆਂ ਖਿੱਚਵੀਆਂ ਅੱਖਾਂ ਮਸ਼ਾਲ ਵਾਂਗ ਮੱਚਦੀਆਂ ਦਿਸੀਆਂ, ਪਰ ਬਹੁਤਾ ਧਿਆਨ ਉਸਦੇ ਭਰੜਾਏ ਬੋਲ ਨੇ ਖਿੱਚ ਲਿਆ। ਪੀਣ ਵਾਲੀ ਗੱਲ ਉਸਨੂੰ ਇੰਨੀ ਬੁਰੀ ਨਹੀਂ ਲੱਗੀ ਸੀ। ਜੱਟਾਂ ਦੇ ਮੁੰਡਿਆਂ ਨੂੰ ਤਾਂ ਜੰਮਦਿਆਂ ਨੂੰ ਗੁੜਤੀ ਹੀ ਸ਼ਰਾਬ ਦੀ ਦਿੱਤੀ ਜਾਂਦੀ ਹੈ, ਪਰ ਨਿੱਤ ਠੇਕਾ ਬਣਾਈ ਰੱਖਣਾ ਵੀ ਉਸਨੂੰ ਚੰਗਾ ਨਹੀਂ ਲੱਗਦਾ ਸੀ। ਅਸੀਂ ਕਿਹੜਾ ਭੱਦਰਕਾਰਾ ਕਰਿਆ ਵੇ? ਅੱਛਾ, ਗੋਰਾ ਟੁਣਕੀ ਵੀ ਆਵਾਜ਼ 'ਚ ਬੋਲਿਆ, ਤਾਂ ਤੁਹਾਨੂੰ ਪਤਾ ਹੀ ਨਹੀਂ ਹੈਂ? ਉਹ ਫੇਰ ਬੋਲੀ, ਆਹ ਨਿਤਾਮ ਦੀ ਕੁਝ ਲੱਗਦੀ ਸੜਾਕ ਆਉਣਾ। ਅਜੇ ਤੇਰਾ ਜੰਮ ਮੁੱਕਿਆ ਨਹੀਂ, ਹੁਣੇ ਬਰਿਆੜੀ 'ਚ ਪੈਰ ਧਰ ਧਰ ਤੁਰਦਾ, ਸਾਨੂੰ ਭੱਦਰਕਾਰੇ ਪਰਖਦਾ। ਨਿੱਕੀ ਕੁੜੀ ਨੇ ਕੰਧੋਲੀ ਤੋਂ ਦੀਵਾ ਚੁੱਕ ਕੇ ਗੋਰੇ ਦੇ ਨੇੜੇ ਰੱਖਿਆ। ਚਾਨਣ ਵਿੱਚ ਗੋਰੇ ਦੇ ਤਿੱਖੇ ਨੈਣ ਨਕਸ਼ ਲਾਲ ਰੱਤੇ ਅੰਗਿਆਰ ਵਾਂਗ ਦਗਦੇ, ਚਿਹਰੇ 'ਤੇ ਪਪੀਸੀਆਂ ਵਰਗੇ ਬੁੱਲ੍ਹ ਵੇਖ ਕੇ ਇੱਕ ਵਾਰ ਤਾਂ ਉਹ ਇਹ ਭੁੱਲ ਗਈ ਕਿ ਮੁੰਡਾ ਹੱਥਾਂ 'ਚੋਂ ਨਿਕਲਦਾ ਜਾਂਦਾ, ਪਰ ਉਸ ਦੀਆਂ ਮਸ਼ਾਲ ਵਾਂਗ ਮੱਚਦੀਆਂ ਅੱਖਾਂ ਵੇਖ ਕੇ
ਫੇਰ ਭੜਕ ਪਈ, ਵੇ ਤੂੰ ਕੁਛ ਨਾ ਭਾਲ, ਜਾਣ ਦੇ ਜ਼ਿਆਦੇ ਹੀ ਮੱਛਰਿਆਂ ਕੁਛ। ਜਿਉਂ ਜੰਮਿਆ ਕਵਖਤੀ ਨੇ ਜਾਨ ਸੂਲੀ 'ਤੇ ਟੰਗੀ ਰੱਖੀ ਐ, ਕੀ ਵੱਢਣਾ ਐ ਇਹੋ ਜਿਹੇ ਪੁੱਤ, ਜਿਹੜੇ ਉੱਠਦੇ ਸਾਰ ਮਾਂ ਪਿਓ ਨੂੰ ਫਾਲੇ ਵਾਂਗੂ ਤਪਾਉਣ। ਜੰਮਦਿਆਂ ਤੋਂ ਚਾਹ ਨਹੀਂ ਚੱਕੇ ਜਾਂਦੇ, ਆਹ ਦਿੰਦੇ ਆ ਦਾਤਣਾ, ਜਿਹੜੀ ਤੁਸੀਂ ਦਾਤਣਾ ਦੇਣ ਲੱਗੇ ਹੋ। ਵੇ ਔਂਤਰਿਆ ਕੁਛ ਮੂੰਹੋਂ ਵੀ ਬਕ, ਕਿਹੜੀ ਤੇਰੇ ਗੋਲੀ ਮਾਰੀ ਨਾਲੇ ਹੋਰ ਕੁਛ ਮਾਰਿਆ। ਗੋਰੇ ਨੇ ਗੱਲ ਚੱਬਦਿਆਂ ਕਿਹਾ, ਮਾਰੀ ਗੋਲੀ, ਸ਼ਰੀਕਾਂ ਨਾਲ ਸਿਰੀ ਰਲਾਉਣ ਨੂੰ ਫਿਰਦੇ ਹੋ, ਇਹ ਗੋਲੀ ਨਾਲੋਂ ਘੱਟ ਐ। ਬੁੜਕਦੀ ਵੇਖ ਕਿਵੇਂ ਐ, ਬਾਹਰ ਨਿਕਲ ਜਾਓਗੇ ਫਿਰ। ਮਹਿੰਦਰੋਂ ਪਹਿਲਾਂ ਤਾਂ ਚੁੱਪ ਕਰ ਗਈ, ਪਰ ਠੰਡੀ ਸੀਲੀ ਹੋ ਕੇ ਬੋਲੀ, ਜਿਵੇਂ ਉਹਨੂੰ ਮੱਤ ਦੇਣ ਲੱਗੀ ਹੋਵੇ, ਇਹ ਕੋਈ ਮਾੜਾ ਕੰਮ ਹੈ। ਆਓ ਦੇਖ ਤਾਂ ਜਲੌਰੇ ਦੇ ਮੁੰਡੇ, ਫੇਰ ਆਹ ਥੰਮਣ ਦੇ ਮੁੰਡੇ ਦਿਹਾੜੀਆਂ ਕਰੀ ਜਾਂਦੇ ਆ, ਤੂੰ ਕੋਈ ਅਰਸ਼ੋਂ ਉਤਰਿਆ, ਪੈਸੇ ਦੇਣੇ ਆ ਅਗਲਿਆਂ ਦੇ, ਕੀ ਹਰਜ ਹੈ ਉਤਰ ਜਾਣ ਤਾਂ। ਮੈਂ ਤਾਂ ਢੂਈ ਨਹੀਂ ਮਾਰਦਾ ਇਹੋ ਜਿਹੇ ਕੰਮ ਦੀ, ਕਰੀ ਜਾਂਦੇ ਆ ਦਿਹਾੜੀਆਂ ਥੰਮਣ ਦੇ ਮੁੰਡੇ, ਉਹ ਭੈਣ ਦੇ ਯਾਰ ਹੈ ਹੀ ਇਹੋ ਜਿਹੇ। ਉਹ ਫੇਰ ਇੱਕ ਗਾਲ ਕੱਢੀ ਤੇ ਪੈਰ ਤੋਂ ਹੀ ਗਰਮ ਹੋ ਗਿਆ, ਦੇਖੂੰ ਕਿਹੜਾ ਸਾਲਾ ਮੈਨੂੰ ਸੀਰੀ ਰਲਾਉਂਦਾ। ਫੇਰ ਉਹ ਕਿੰਨਾ ਚਿਰ ਬਰਡਾਂਦ ਕਰਦਾ ਰਿਹਾ ਤੇ ਉਸ ਦੀ ਮਾਂ ਨੇ ਦੜਵੱਟ ਛੱਡੀ। ਇਸੇ ਤਰ੍ਹਾਂ ਕਈ ਦਿਨ ਲੰਘ ਗਏ, ਪਰ ਘਰ ਵਿੱਚ ਉਸੇ ਤਰ੍ਹਾਂ ਨਿੱਤ ਕਲੇਸ਼ ਹੁੰਦਾ ਰਿਹਾ। ਮਲਾਇਆ ਵਾਲਿਆਂ ਦਾ ਗੇਜਾ ਨਿੱਤ ਆਉਂਦਾ। ਫੇਰ ਉਸ ਕਰੜਿਆਂ ਹੋ ਕੇ ਵੀ ਕਹਿ ਦਿੱਤਾ, ਜੇ ਨਹੀਂ ਮੁੰਡਾ ਮੰਨਦਾ ਤਾਂ ਪੈਸੇ ਮੋੜੋ 5 ਦਿਨਾਂ ਦੇ ਅੰਦਰ। ਗਿੰਦਰ ਨੂੰ ਹਰਖ ਤਾਂ ਬਥੇਰਾ ਆਇਆ, ਪਰ ਸੋਚ ਕੇ ਸਾਰਾ ਗਿਲਾ ਡਕਾਰ ਗਿਆ। ਮਲਾਇਆ ਵਾਲਿਆਂ ਨੂੰ ਪੈਸੇ ਡੁੱਬਦੇ ਦਿਸਦੇ ਸਨ। ਜ਼ਮੀਨ ਗਿੰਦਰ ਕੋਲ ਕੋਈ ਬਹੁਤੀ ਨਹੀਂ ਸੀ, ਜੇ ਪੌਣਾ ਕਿੱਲਾ ਹੀ ਉਹ ਲੈ ਲੈਣ ਤਾਂ ਪਟੜੀ ਫੇਰ ਉਹਨਾਂ ਦੇ ਧੱਕੇ ਦਾ ਢੋਲ ਪਿੱਟਿਆ ਜਾਣਾ ਸੀ। ਸਮਝਾਉਣ ਵਾਲੀ ਉਹਨਾਂ ਕੋਈ ਕਸਰ ਨਾ ਛੱਡੀ। ਗੋਰਾ ਕਿਵੇਂ ਵੀ ਲੱਤਾਂ ਨਹੀਂ ਲਾਉਂਦਾ ਸੀ। ਦਿਨੇ ਤਾਂ ਗੋਰਾ ਚੁੱਪਚਾਪ ਖੇਤ ਕੰਮ ਕਰਵਾਉਂਦਾ, ਗਿੰਦਰ ਦੀ ਚੁੱਪ ਤੋਂ ਦਹਿਲਦਾ ਸੀ। ਕੁੱਟ ਇਸ ਕਰਕੇ ਨਹੀਂ ਸਕਦਾ ਸੀ ਕਿ ਮੁੰਡੇ ਨੇ ਦਾੜੀ ਨੂੰ ਹੱਥ ਪਾ ਲਿਆ, ਨਾਲੇ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਪਿੰਡ ਵਿੱਚ ਨਿੱਤ ਹੁੰਦੀਆਂ ਵਾਪਰਦੀਆਂ ਸਨ। ਪਰ ਜਦੋਂ ਉਹ ਆਥਣੇ ਸ਼ਰਾਬ ਪੀ ਕੇ ਆ ਜਾਂਦਾ ਤਾਂ ਮਨ ਵਿੱਚ ਕਚੀਚੀਆਂ ਉੱਠਦੀਆਂ ਕਿ ਗੋਰੇ ਨੂੰ ਚੱਪਾ ਸਿਰ ਦੇ ਵਧੇ ਵਾਲਾਂ ਤੋਂ ਫੜ ਲਵੇ। ਪਰ ਇਹ ਸੋਚ ਕੇ ਦੜ ਵੱਟ ਲੈਂਦਾ, ਹੱਥ ਤਾਂ ਉਹ ਚੁੱਕਣਾ ਹੀ ਹੈ, ਪਰ 5000 ਕਿਵੇਂ ਉਤਰੂ, ਇਹ ਕਿਧਰੇ ਉੱਠ ਜੂ, ਫੇਰ ਕੀ ਕਰਾਂਗੇ। ਅੱਜ ਫੇਰ ਰਾਤ ਨੂੰ ਗੋਰਾ ਸ਼ਰਾਬ ਪੀ ਕੇ ਆ ਵੜਿਆ ਸੀ। ਰੋਟੀ ਖਾ ਕੇ ਗਿੰਦਰ ਬਰਾਂਡੇ ਵਿੱਚ ਪੁਰਾਣੇ ਡੱਬਿਆਂ ਵਾਲੇ ਭੂਰੇ ਦੀ ਬੁੱਕਲ ਮਾਰੀ ਬੈਠਾ ਸੀ। ਕੱਦੂ ਪਸ਼ੂਆਂ ਨੂੰ ਥਾਂ ਥਾਈਂ ਬੰਨ੍ਹ ਰਿਹਾ ਸੀ। ਮਹਿੰਦਰੋਂ ਮੱਕੀ ਦੀਆਂ ਰੋਟੀਆਂ ਪਕਾ ਰਹੀ ਸੀ। ਗੋਰਾ ਚੁੱਪਚਾਪ ਆ ਕੇ ਕੱਚੀ ਕੰਧ ਨਾਲ ਡਹੇ ਮੰਜੇ 'ਤੇ ਪੈ ਗਿਆ। ਕੱਦੂ ਰੋਟੀ ਖਾਣ ਆ ਲੱਗਿਆ ਸੀ। ਘਰ ਵਿੱਚ ਰੁੱਖਾ ਜਿਹਾ ਹੁਮਸ ਸੀ। ਕਦੇ ਕਦੇ ਚੁੱਲ੍ਹੇ ਵਿਚਲੀ ਅੱਗ ਤਿਲਕਦੀ ਜਾਂ ਮਹਿੰਦਰੋਂ ਦੇ ਹੱਥਾਂ ਵਿੱਚ ਗੋਏ ਹੋਏ ਆਟੇ ਦੀ ਗੋਲ ਹੋ ਰਹੀ ਆਵਾਜ਼ ਸੁਣਦੀ। ਮਹਿੰਦਰੋਂ ਔਖਿਆਈ ਭਰੇ ਬੋਲ ਨਾਲ ਉੱਚੀ ਬੋਲੀ, ਵੇ ਤੂੰ ਲੰਗਰ ਝੁਲਸ ਲੈ, ਹੁਣ ਇੱਥੇ ਪੈ ਗਿਆ ਪ੍ਰਾਹੁਣਾ ਬਣ ਕੇ। ਗੋਰੇ ਨੇ ਹੌਲੀ ਜਿਹੀ ਮੈਂ ਨਹੀਂ ਖਾਣੀ ਆਖਿਆ, ਜਿਹੜਾ ਮਹਿੰਦਰੋਂ ਨੂੰ ਨਹੀਂ ਸੁਣਿਆ। ਬੀਬੀ ਨੇ ਉਸ ਨੂੰ 3-4 ਵਾਰੀ ਰੋਟੀ ਖਾਣ ਲਈ ਸੱਦਿਆ, ਪਰ ਗੋਰਾ ਉਸੇ ਤਰ੍ਹਾਂ ਮਟਰ ਬਣਿਆ ਪਿਆ ਰਿਹਾ। ਹਰ ਰੋਜ਼ ਮੂਤ ਪੀ ਕੇ ਆ ਵੜਦਾ, ਘਰ ਆਏ ਦਾ ਅੱਗੋਂ ਕੋਈ ਗੌਤ ਨਹੀਂ ਪੁੱਛਦਾ। ਜੇ ਤੇਰੀਆਂ ਯਾਬਾਂ ਭੰਨੀਆਂ ਜਾਣ ਤੈਨੂੰ ਸੁਰਤ ਆ ਜੇ, ਵੱਡੇ ਲੱਟ ਲਟੀਏ ਨੂੰ। ਸੰਗ ਦਾ ਘਾਟਾ ਹੈ ਨਾ, ਜ਼ਮੀਨ ਦਾ ਓੜਾ ਨਹੀਂ ਆਉਂਦਾ, ਸਰਦਾਰ ਬਣ ਤੁਰਦਾ। ਬੇਸ਼ਰਮਾ, ਅੱਖਾਂ 'ਚ ਭੂਰਾ ਸ਼ਰਮ ਹੋਵੇ, ਚੱਪਣੀ 'ਚ ਨੱਕ ਡੁਬੋ ਕੇ ਮਰ ਜੇ। ਇਹਨਾਂ ਨੂੰ ਸ਼ਰਮ ਕਾਹਦੀ, ਮੈਂ ਮਰੂੰ, ਮੈਂ ਕੰਜਰ ਫਾਹੇ ਚੜੂੰ। ਗਿੰਦਰ ਨੇ ਉਸੇ ਤਰ੍ਹਾਂ ਬੁੱਕਲ ਮਾਰੀ ਬੈਠੇ ਨੇ ਤਪ ਕੇ ਆਖਿਆ, ਇੱਕ ਵਾਰੀ ਸਿਆਣੇ ਧੀ ਪੁੱਤ ਨੂੰ ਸਮਝਾਈਏ, ਸਮਝ ਜਾਂਦਾ ਹੈ, ਇਹ ਸਮਝਦਾ ਹੀ ਨਹੀਂ। ਵਾਹਵਾ ਸਮਾਂ ਇਸੇ ਤਰ੍ਹਾਂ ਬੈਠਾ ਬੋਲਦਾ ਰਿਹਾ। ਫੇਰ ਉੱਚੀ ਹਰਖ ਭਰੀ ਆਵਾਜ਼ 'ਚ ਬੋਲਿਆ, ਹੁਣ ਟੁੱਕ ਵੀ ਨਹੀਂ ਖਾ ਹੁੰਦਾ ਉੱਠ ਕੇ। ਮੈਂ ਨਹੀਂ ਖਾਣੀ ਨਾ ਖਾ, ਘਰੋਂ ਨਿਕਲ ਮੇਰਿਓ। ਜਦੋਂ ਤੁਸੀਂ ਕੰਜਰ ਦਿਓ ਪੁੱਤੋ, ਸਾਡੀ ਗੱਲ ਹੀ ਕੋਈ ਨਹੀਂ ਮੰਨਣੀ, ਫੇਰ ਮੰਨੀਆਂ ਕਿਉਂ ਦਈਏ। ਲਾ ਤੂੰ ਹੀ ਤਾਂ ਕਹਿੰਦੇ ਹੋ ਸੀਰੀ ਰਲੇ, ਮੈਥੋਂ ਥਾਂ ਰਲ ਨਹੀਂ ਹੁੰਦਾ। ਕਿਉਂ ਰਲ ਕਾਹਤੋਂ ਨਹੀਂ ਹੁੰਦਾ? ਗਿੰਦਰ ਨੇ ਇਉਂ ਧੌਣ ਉਗਾਸ ਕੇ ਪੁੱਛਿਆ, ਜਿਵੇਂ ਮੰਜੇ ਤੋਂ ਉੱਠਣ ਲੱਗਾ ਹੋਵੇ। ਅਗਲੇ ਤੋਂ ਲਿਆ ਨਹੀਂ 5000, ਉਦੋਂ ਤਾਂ ਦਿੱਲੀ ਬੈਠਾ ਰਿਹਾ ਸੀ,
ਜਮਾਈ ਬਣ ਕੇ। ਮੈਂ ਲਿਆ? ਤੂੰ ਤਾਂ ਨਹੀਂ ਲਿਆ ਔਂਤਾਂ ਦਿਆ, ਤੇਰਾ ਹੀ ਝੁਲਸਾਵਾ ਕਰਨਾ ਸੀ। ਮਹਿੰਦਰੋਂ ਨੇ ਵਿੱਚੋਂ ਇੱਕ ਛੱਡੀ। ਉੱਠ ਕੇ ਇੱਧਰ ਆ ਕੇ ਟੁੱਕ ਦੀ ਬੁਰਕੀ ਝੁਲਸ ਲੈ, ਕੋਈ ਨਹੀਂ ਥੈਥੋਂ ਰਾਜ ਦੀ ਗੱਦੀ ਛੁੱਟਦੀ ਬਈ। ਗੋਰਾ ਤਾ ਨਾਲ ਮੰਜੇ ਤੋਂ ਉੱਠ ਖਲੋਤਾ ਤੇ ਉੱਠਦਿਆਂ ਹੀ ਉਸਨੇ ਫਾੜ ਕਰਦੀ ਮਾਂ ਦੀ ਗਾਲ ਕੱਢ ਮਾਰੀ। ਮੈਂ ਤਾਂ ਮਾਂ ਨਹੀਂ, ਉਹਨਾਂ ਦੇ ਵੱਡੇ ਮਲਾਇਆਂ ਵਾਲਿਆਂ ਦੀ। ਸਰਦਾਰ ਹੋਣਗੇ, ਆਪਦੇ ਘਰੇ ਹੋਣਗੇ। ਫੇਰ ਉਹ ਵਿਹੜੇ 'ਚ ਖੜੋ ਕੋ ਉੱਚੀ ਉੱਚੀ ਬੋਲਣ ਲੱਗ ਪਿਆ, ਕਿਹੜਾ ਸਹੁਰਾ ਮੇਰਾ ਮੈਨੂੰ ਸੀਰੀ ਰਲਾਊ, ਵੱਢੂ ਉਹਦੀਆਂ ਜੰਗਾਂ ਮੈਂ। ਰਲਾ ਦਿਓ ਬਈ ਸੀਰੀ, ਤੁਸੀਂ ਰਲ ਜਾਓ, ਤੁਹਾਡੇ ਪਾਂ ਪਈ ਐ। ਮਹਿੰਦਰੋਂ ਨੇ ਫੇਰ ਚੁੱਲ੍ਹੇ ਮੂਹਰੇ ਬੈਠਿਆਂ ਕਿੱਲ ਕੇ ਆਖਿਆ, ਵੇ ਦੁਸ਼ਮਣਾ, ਹੋਰ ਕੀ ਜੱਜ ਲੱਗੇਗਾ ਤੂੰ, ਸੀਰੀਓ ਹੀ ਰਲਣਾ। ਪੜ੍ਹਿਆ ਤੂੰ ਨਾ, ਲੁਧਿਆਣੇ ਭੇਜਿਆ ਉੱਥੇ ਤੂੰ ਨਾ ਦੀਦਾ ਲਾਇਆ, ਟਰੱਕਾਂ ਵਾਲੇ ਤਗੜਿਆਂ ਨਾਲ ਤੇਰੀ ਨਾ ਦਾਲ ਗਲੀ। ਹੋਰ ਦੱਸ ਤੂੰ ਕੀ ਕਰੇਂਗਾ? ਪਿਓ ਨੂੰ ਮੁਰੱਬਾ ਆਉਂਦਾ ਜਿੱਥੇ ਕਮਾਈ ਕਰ ਲੇਗਾ। ਮੇਰਿਆ ਸਾਲਿਆ, ਬਣਾ ਤੇਰੀ ਮਾਂ ਦੀ ਚੋ ਲੈਂਦਾ। ਗਿੰਦਰ ਭੱਜ ਕੇ ਮੰਜੇ ਤੋਂ ਉੱਠ ਖਲੋਤਾ ਤੇ ਠਾਹ ਕਰਦੀ ਚਪੇੜ ਵਿਹੜੇ ਦੇ ਵਿਚਾਲੇ ਖੜੇ ਦੇ ਤੀਂਗੜ ਦੇ ਗੋਰੇ ਦੇ ਮਾਰੀ। ਮੁੰਡੇ ਨੇ ਨੇੜੇ ਪਿਆ ਫੌੜਾ ਚੁੱਕ ਲਿਆ। ਮਹਿੰਦਰੋਂ ਥਾਂਏਂ ਰੋਟੀਆਂ ਛੱਡ ਕੇ ਉਹਨਾਂ ਵੱਲ ਨੱਠੀ। ਗੋਰੇ ਦੇ ਸਿਰ ਨਾਲੋਂ ਉੱਚੇ ਉਗਰੇ ਫੌੜੇ ਨੂੰ ਫੜ ਕੇ ਹਜੋਕਾ ਮਾਰ ਕੇ ਖੋਹ ਲਿਆ। ਘਰ ਵਿੱਚ ਚੀਕ ਚਿਹਾੜਾ ਪੈ ਗਿਆ। ਮਹਿੰਦਰੋਂ ਨੇ 2-3 ਚਪੇੜਾਂ ਗੋਰੇ ਦੇ ਮੂੰਹ 'ਤੇ ਮਾਰੀਆਂ। ਉਹ ਸਾਵੀਂ ਇੱਕ ਮੁੱਕੀ ਮਹਿੰਦਰੋਂ ਦੇ ਸਿਰ ਵਿੱਚ ਜੜ ਦਿੱਤੀ। ਮਹਿੰਦਰੋਂ ਨੇ ਪਿੱਛੇ ਹਟਦਿਆਂ ਪੱਟਾਂ 'ਤੇ ਦੁਹੱਥੜ ਮਾਰਦਿਆਂ ਕਿੱਲ ਕੇ ਆਖਿਆ, ਦੁਸ਼ਮਣਾ ਤੂੰ ਮੁੱਕ ਜੇ, ਤੇਰਾ ਹੋ ਜੇ ਸਿਆਪਾ ਗੋਰਿਆ, ਕਿੱਥੋਂ ਕਬੀ ਜੰਮ ਪਿਆ ਸਾਡੇ। ਪਰ ਗੋਰਾ ਪਰੇ ਉਸੇ ਤਰ੍ਹਾਂ ਲਾਲੋ ਲਾਲ ਹੋਇਆ, ਢਾਕਾਂ 'ਤੇ ਹੱਥ ਰੱਖੀ ਉਹਨਾਂ ਵੱਲ ਵੱਢ ਖਾਣਿਆਂ ਵਾਂਗ ਝਾਕਦਾ ਕੁਝ ਨਾ ਕੁਝ ਬੋਲੀ ਜਾਂਦਾ ਸੀ। ਮਲਾਗਰ ਕਾ ਬਾਰ ਖੜਕਿਆ, ਪਰ ਉਹਨਾਂ ਦਾ ਅੰਦਰ ਕੋਈ ਨਹੀਂ ਆਇਆ। ਥੰਮਣ ਦੇ ਘਰ ਵਾਲੀ ਗੁਰਦੇਵ ਕੌਰ ਨੇ ਬਾਹਰ ਵੜਦਿਆਂ ਹੀ ਵਾਚ ਹੱਥ ਉਲਾਰ ਕੇ ਮੂੰਹ 'ਤੇ ਸੋਗੀ ਭੈ ਲਿਆਉਂਦਿਆਂ ਆਖਿਆ, ਵੇ ਤੁਸੀਂ ਕੀ ਝੱਜੂ ਪਾ ਲਿਆ। ਚੀਕ ਚਿਹਾੜਾ ਪਿਆ ਹੋਇਆ ਸੀ ਤੇ ਗੋਰਾ ਅੱਡੀਆਂ 'ਤੇ ਬੁੜਕ ਰਿਹਾ ਸੀ। ਗੁਰਦੇਵ ਕੌਰ ਨੇ ਫੇਰ ਆਖਿਆ, ਖਬਰਾ ਭਾਈ ਆਪਣੀ ਬੀਹੀ 'ਚ ਤਾਂ ਕੋਈ ਭੂਤ ਵੜਿਆ ਹੋਇਆ। ਨਹੀਂ ਕਾਹਦਾ ਭੂਤ ਹੈ ਬੇਬੇ ਜੀ, ਰੋਜ਼ ਸ਼ਰਾਬ ਪੀ ਕੇ ਆ ਵੜਦਾ, ਕੰਮ ਦੀ ਫੜੀ ਨਹੀਂ ਪਾਉਂਦਾ। ਵੇ ਤੈਨੂੰ ਕੀ ਹੋਇਆ? ਗੁਰਦੇਵ ਕੌਰ ਨੇ ਗੋਰੇ ਨੂੰ ਜਾ ਕੇ ਉਸ ਨੂੰ ਝਿੜਕਦਿਆਂ ਆਖਿਆ, ਨਾ ਮੇਰਾ ਸ਼ੇਰ, ਐ ਨਹੀਂ ਕਰੀਦਾ ਹੁੰਦਾ, ਕਲੇਸ਼ ਨਹੀਂ ਚੰਗਾ ਹੁੰਦਾ ਬਿੱਲੂ। ਮਾਂ ਪਿਓ ਨੂੰ ਤੰਗ ਕਰਕੇ ਤੈਨੂੰ ਕੁਛ ਥਿਆਜੂ। ਜੇ ਕੁਛ ਕਹਿੰਦੇ ਐ ਤੇਰੇ ਭਲੇ ਲਈ ਕਹਿੰਦੇ ਐ, ਭਲੇ ਵਾਲੀ ਇਹਨਾਂ ਦੀ ਗੱਲ ਨੂੰ ਮੈਂ ਭੁੱਲਿਆ। ਇਹ ਤਾਂ ਕਹਿੰਦੇ ਆ ਸੀਰੀ ਰਲੇ। ਹੋਰ ਕੀ ਸਾਲਿਆ ਤੂੰ ਥਾਣੇਦਾਰ ਲੱਗੇਗਾ। ਗਿੰਦਰ ਫੇਰ ਉਹਦੇ ਵੱਲ ਨੱਠ ਕੇ ਆਇਆ, ਪਰ ਗੁਰਦੇਵ ਕੌਰ ਨੇ ਹੋੜ ਦਿੱਤਾ, ਥਾਣੇਦਾਰ ਲੱਗਾ ਚਾਹੇ ਨਾ ਲੱਗਾ, ਪਰ ਮੈਂ ਸੀਰੀ ਨਹੀਂ ਰਲਣਾ। ਗੋਰੇ ਦਾ ਬੋਲ ਫੇਰ ਭੜਕਵਾਂ ਹੋ ਗਿਆ। ਉਹ ਅੱਖਾਂ 'ਚ ਤਾ ਭਰਦਿਆਂ ਆਖਿਆ, ਤੁਹਾਨੂੰ ਇੱਕ ਵਾਰੀ ਕਹਿਤਾ, ਮੈਨੂੰ ਨਾ ਆਖਿਓ, ਮੈਂ ਨਹੀਂ ਕਰਨਾ, ਮੈਂ ਨਹੀਂ ਰਲਣਾ। ਫੇਰ ਉੱਚੀ ਭਾਰੀ ਤੇ ਪਾਟੇ ਬਾਂਸ ਵਰਗੀ ਆਵਾਜ਼ 'ਚ ਗੜਕਿਆ, ਫੇਰ ਮੈਨੂੰ ਆਖਿਆ, ਮੈਂ ਮਰ ਜੂੰ ਚਾਹੇ ਮਾਰ ਦੂੰ, ਮੈਂ ਤਾਂ ਉਹਨਾਂ ਦਾ ਤੁਖਮ ਨਾਸ ਕਰ ਦੂੰ। ਗੁਰਦੇਵ ਕੌਰ ਉਸ ਦੇ ਨੇੜੇ ਹੋਈ ਤਾਂ ਉਸ ਨੂੰ ਕੁਝ ਠੰਡਾ ਕਰ ਸਕੇ, ਪਰ ਉਸ ਦੇ ਨੇੜੇ ਹੋਇਆਂ ਉਸ ਨੂੰ ਉਸ ਕੋਲੋਂ ਭੱਠੇ ਵਰਗਾ ਸੇਕ ਆਇਆ, ਜਿਵੇਂ ਉਹਦੇ ਆਲੇ ਦੁਆਲੇ ਅੱਗ ਲੱਗੀ ਹੋਵੇ। ਇਹ ਅੱਗ ਤਾਂ ਜਿਵੇਂ ਉਸ ਨੂੰ ਖੜੇ ਖੜੋਤੇ ਨੂੰ ਸਾੜ ਕੇ ਸੁਆਹ ਕਰ ਦੇਵੇਗੀ। ਉਹ ਜ਼ਰਾ ਕੋ ਪਿੱਛੇ ਹਟ ਗਈ। ਉਂਝ ਵੀ ਗੋਰੇ ਦੇ ਚਿਹਰੇ 'ਤੇ ਅੱਖਾਂ ਤੋਂ ਭੈ ਆਉਂਦਾ ਸੀ। 5000 ਰੋਜ਼ ਸੁਣਾ ਦਿੰਦੇ ਐ, ਮੈਂ ਤੁਹਾਡੇ ਪੈਰੀਂ ਪੱਗ ਧਰੀ ਸੀ। ਤੂੰ ਤਾਂ ਫੇਰ ਕੁੱਤੀ ਦਾ ਪੁੱਤਾ, ਪੈਰੀਂ ਪੱਗ ਧਰੀ ਨਹੀਂ ਸੀ, ਹੁਣ ਇੱਥੇ ਫੇਰੇ ਦੇਣ ਆਉਣਾ। ਜੇ ਬੰਦੇ ਦਾ ਪੁੱਤ ਹੈ ਤਾਂ ਦਰੋਂ ਬਾਹਰ ਹੋ ਜਾ। ਕਿਉਂ ਦਰੋਂ ਬਾਹਰ ਹੋ ਜਾ? ਕਿਹੜਾ ਕੰਜਰ ਮੈਨੂੰ ਘਰੋਂ ਕੱਢਣ ਵਾਲਾ? ਇਹ ਗੱਲ ਹੋਣ ਦੀ ਦੇਰ ਸੀ। ਗਿੰਦਰ ਆਪਣੇ ਗੁੱਸੇ ਨੂੰ ਰੋਕ ਨਹੀਂ ਸਕਿਆ। ਉਹ ਛਾਲ ਮਾਰ ਕੇ ਮੁੰਡੇ 'ਤੇ ਸ਼ੇਰ ਵਾਂਗ ਆ ਝਪਟਿਆ ਤੇ ਮੁੱਕੀਏ ਘਸੁੰਨੀ ਕੁੱਟਣ ਡਹਿ ਪਿਆ। ਉਸ ਨੂੰ ਇੰਨੀ ਚੀਹ ਚੜ੍ਹੀ, ਉਸਨੇ ਗੋਰੇ ਦਾ ਸਿਰ ਫੜ ਕੇ ਕਈ ਵਾਰ ਕੰਧ ਵਿੱਚ ਮਾਰਿਆ। ਥੰਮਣ ਦੀ ਘਰਵਾਲੀ ਨੇ ਹਾਲ ਦੁਹਾਈ ਪਾਉਂਦਿਆਂ ਗਿੰਦਰ ਨੂੰ ਖਿੱਚ ਲਿਆ, ਪਰ ਉਸਨੇ ਉਹਨੂੰ ਭੜਕਾ ਕੇ ਪਰੇ ਸੁੱਟ ਦਿੱਤਾ। ਲੰਘਦੇ ਕਰਦੇ 2-4 ਹੋਰ ਆ ਗਏ ਤੇ ਉਹ ਗੋਰੇ ਨੂੰ ਖਿੱਚ ਕੇ ਦਲਾਨ ਵਿੱਚ ਲੈ ਗਏ। ਅਚਾਨਕ ਦੱਬ ਛੱਟ ਨਾਲ ਗੋਰਾ ਮਧੋੜਿਆ ਗਿਆ।
ਉਸ ਦਾ ਖੜੋਤੇ ਦਾ ਹੀ ਭੁੱਬੀ ਰੋਣਾ ਵਹਿ ਤੁਰਿਆ ਤੇ ਉਹ ਆਪਣੇ ਆਪ ਨੂੰ ਛਡਾ ਕੇ ਕਾਹਲੇ ਕਦਮਾਂ ਨਾਲ ਘਰੋਂ ਬਾਹਰ ਹੋ ਗਿਆ। ਬੀਹੀ 'ਚੋਂ ਇੱਕ ਤਰ੍ਹਾਂ ਭੱਜਿਆ ਜਾਂਦਾ ਸੀ, ਜਿਵੇਂ ਕਿਸੇ 'ਤੇ ਹਰਖ ਕੱਢਣ ਚੱਲਿਆ ਹੋਵੇ। ਨੱਠੇ ਜਾਂਦੇ ਦਾ ਉਹਦਾ ਰੋਣ ਨਿਕਲ ਗਿਆ। ਪਿੰਡੋਂ ਬਾਹਰ ਆ ਕੇ ਜਦੋਂ ਰਤਾ ਕੋ ਹੌਲੀ ਹੋਇਆ, ਹੰਝੂ ਭਰੀਆਂ ਅੱਖਾਂ ਪਾੜ ਕੇ ਖੇਤਾਂ ਵਿੱਚ ਗੋਲ ਦਾਇਰੇ 'ਚ ਜਗਦੇ ਬਿਜਲੀ ਦੇ ਬਲਬ ਵੱਲ ਵੇਖਿਆ। ਉਦੋਂ ਹੀ ਪਿੰਡ ਦੀ ਤੇ ਬਾਹਰਲੀ ਬਿਜਲੀ ਇੱਕਦਮ ਬੁਝ ਗਈ। ਚਫੇਰੇ ਹਨੇਰ ਗੁਬਾਰ ਪਸਰ ਗਿਆ। ਹੱਥ ਨੂੰ ਹੱਥ ਮਾਰਿਆ ਨਹੀਂ ਦਿਸਦਾ ਸੀ। ਉਸਨੇ ਮਗਰ ਭੌਂ ਕੇ ਦੇਖਿਆ। ਉਸਨੂੰ ਮਹਿਸੂਸ ਹੋਇਆ ਜਿਵੇਂ ਪਿੰਡ ਦੀ ਮੌਤ ਹੋ ਗਈ ਹੋਵੇ। ਰੌਲਾ ਰੱਪਾ ਵੀ ਨਹੀਂ ਸੁਣਦਾ ਸੀ। ਅਚਾਨਕ ਹੀ ਉਸਦੇ ਮੂਹਰੇ ਬਾਹਰਲੀਆਂ ਮੋਟਰਾਂ ਦੇ ਬਲਬ ਜਗ ਪਏ, ਪਰ ਬਿਜਲੀ ਡਿਮ ਸੀ। ਜਦੋਂ ਉਹ ਫੇਰ ਪਿੰਡ ਵੱਲ ਭੌਂ ਕੇ ਦੇਖਿਆ, ਪਿੰਡ 'ਤੇ ਉਸੇ ਤਰ੍ਹਾਂ ਸੁੰਨਮਸਾਨ ਵਰਤੀ ਹੋਈ ਸੀ। ਉਸਨੂੰ ਇੱਕ ਵਾਰ ਫਿਰ ਖਿਆਲ ਆਇਆ, ਪਿੰਡ ਸੱਚੀ ਮਰ ਗਿਆ ਸੀ। ਪਰ ਘਰ ਵਿੱਚ ਘਟੀ ਘਟਨਾ ਯਾਦ ਕਰਕੇ ਉਸਦਾ ਰੋਣ ਨਿਕਲ ਗਿਆ ਤੇ ਉਸ ਦੀ ਇੰਨੀ ਉੱਚੀ ਭੁੱਬ ਨਿਕਲੀ ਕਿ ਚੁਪਾਸੇ ਪੱਸਰੀ ਵੱਢ ਖਾਣੀ ਚੁੱਪ ਵਿੱਚ ਭੁੱਬਲ ਦੀ ਆਵਾਜ਼ ਹੋਰ ਡਰਾਉਣੀ ਹੋ ਗਈ ਸੀ। ਵਿਦਿਆਰਥੀਓ, ਇਸ ਤਰ੍ਹਾਂ ਆਪਾਂ ਇਸ ਨਾਵਲ ਦਾ ਸਾਰਾ ਪਾਠ ਕਰ ਚੁੱਕੇ ਹਾਂ। ਅਗਲੇ ਲੈਕਚਰ ਵਿੱਚ ਆਪਾਂ ਇਸ ਨਾਵਲ ਦੀ ਸਾਹਿਤਕ ਵਿਆਖਿਆ ਕਰਾਂਗੇ ਅਤੇ ਨਾਲ ਹੀ ਇਸ ਦੇ ਵਿਸ਼ਾ ਵਸਤੂ ਅਤੇ ਸਾਰ ਬਾਰੇ ਚਰਚਾ ਕਰਾਂਗੇ। ਬਹੁਤ ਬਹੁਤ ਧੰਨਵਾਦ।